ਇਹ ਜਿਹੜਾ ਪਾਵਨ ਸਰੂਪਾਂ ਦਾ ਮੁੱਦਾ ਹੈ, ਇਹ ਪੱਖ ਦਾ ਮੁੱਦਾ ਠੀਕ ਹੈ, ਅਸੀਂ ਇਹਨੂੰ ਸ਼ਬਦ ਦੇ ਲਏ ਆ, ਪਰੰਤੂ ਇਹ ਪੀੜ ਜਿਹੜੀ ਮਨ ਨੂੰ ਬਲੁੰਦਰਦੀ ਆ ਅੰਦਰੋਂ ਪੀੜ, ਉਹ ਮੁੱਦਾ ਗੱਲ ਕੀਤੀ ਜਾਂਦੀ ਸੀ ਕਿ ਅੱਗੇ ਕਿ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਕਮੇਟੀ 'ਚ ਭ੍ਰਿਸ਼ਟਾਚਾਰ ਇਸ ਕਦਰ ਵੱਧ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਉਹਨਾਂ ਨੇ ਆਪਣੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਹ ਕਿਹਾ ਹੋਇਆ ਵੀ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਕੀ ਚਾਹੇ ਤੁਸੀਂ ਸਾਰਾ ਗੁਰਦੁਆਰਾ ਵੇਚ ਦਿਓ, ਕੋਈ ਗੱਲ ਨਹੀਂ। ਸਾਡੀ ਇਸ ਧਾਰਮਿਕ ਉੱਚ ਸੰਸਥਾ ਦੀ ਕੀ ਹੋ ਸਕਦੀ ਆ ਕਿ ਇਸ ਸੰਸਥਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਸਰੂਪਾਂ ਦੇ ਕੱਪੜੇ ਘੁਟਾਲੇ ਹੋਣ ਲੱਗ ਪਏ ਨੇ। ਵਿਧਾਨ ਸਭਾ ਚੋਣਾਂ ਸਿਰ 'ਤੇ ਸੀ, ਇਸ ਕਰਕੇ ਬਾਦਲਾਂ ਨੂੰ ਬਚਾਉਣ ਲਈ ਬੇਅਦਬੀ ਕਾਂਡ 'ਚ ਬਾਦਲ ਪਹਿਲਾਂ ਹੀ ਉਲਝੇ ਹੋਏ ਸੀ। ਬਾਦਲਾਂ ਨੂੰ ਬਚਾਉਣ ਲਈ ਉਹ ਬੇਅਦਬੀ ਉਹ ਜਿਹੜਾ ਅਗਰ ਕਾਂਡ ਸੀ ਉਹਨੂੰ ਲਪੇਟੇ ਵਿੱਚ ਲੈ ਲਿਆ, ਉਹਨੂੰ ਦਬਾ ਦਿੱਤਾ ਗਿਆ, ਉਹ 'ਤੇ ਮਿੱਟੀ ਪਾ ਦਿੱਤੀ ਗਈ। ਸਤਿ ਸ਼੍ਰੀ ਅਕਾਲ, ਮੈਂ ਕੁਲਵਿੰਦਰ ਸਿੰਘ ਚੰਦੀ PTN 24 ਚੈਨਲ ਤੇ ਲੈ ਕੇ ਹਾਜ਼ਰ ਹਾਂ ਆਪ ਸਭ ਦਾ ਪਸੰਦੀਦਾ ਸ਼ੋਅ ਬੋਲਦਾ ਪੰਜਾਬ। ਅਸੀਂ ਇਸ ਪ੍ਰੋਗਰਾਮ ਵਿੱਚ ਅੱਜ ਉਸ ਪੰਜਾਬ ਦੀ ਸਿਰਮੌਰ ਹਸਤੀ ਕੋਲ ਪਹੁੰਚੇ ਹਾਂ ਜੋ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਜਦੋਂ ਵੀ ਕਲਮ ਦੀ ਗੱਲ ਚੱਲਦੀ ਹੈ ਤਾਂ ਸਰਦਾਰ ਜਸਪਾਲ ਸਿੰਘ ਹੀਰਾ, ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ ਦਾ ਨਾਮ ਸੁਰਖੀਆਂ ਦੇ ਵਿੱਚ ਹੁੰਦਾ ਹੈ ਅਤੇ ਹਰ ਉਸ ਪੜ੍ਹਨ ਵਾਲੇ ਦੀ ਜ਼ੁਬਾਨ 'ਤੇ ਆ ਜਾਂਦਾ ਹੈ। ਆਓ ਕਰਦੇ ਹਾਂ ਪੰਜਾਬ ਦੇ ਭਖ ਦੇ ਮੁੱਦਿਆਂ 'ਤੇ ਸਰਦਾਰ ਜਸਪਾਲ ਸਿੰਘ ਜੀ ਦੇ ਨਾਲ ਗੱਲਬਾਤ ਕਿ ਅੱਜ ਜਿਹੜੇ ਵੀ ਪੰਜਾਬ ਦੇ ਵਿੱਚ ਬਹੁਤ ਹੀ ਮੁੱਦੇ ਭਖਦੇ ਨੇ ਉਸ ਸੰਬੰਧੀ ਉਹਨਾਂ ਦਾ ਕੀ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੀਰਾ ਸਾਹਿਬ, ਸਭ ਤੋਂ ਅੱਜ ਜਿਹੜਾ ਭਖ ਦਾ ਮੁੱਦਾ ਜੀ ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਜਿਹੜਾ 267 ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁੰਮ ਹੋਏ ਨੇ ਉਹਨਾਂ ਸੰਬੰਧੀ ਸਭ ਤੋਂ ਵੱਧ ਅੱਜ ਚਰਚਾ ਵਾ, ਉਸ ਬਾਰੇ ਤੁਹਾਡਾ ਕੀ ਕਹਿਣਾ ਜੀ? ਕੁਲਵਿੰਦਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜਾ ਪਾਵਨ ਸਰੂਪਾਂ ਦਾ ਮੁੱਦਾ ਹੈ, ਇਹ ਪੱਖ ਦਾ ਮੁੱਦਾ ਠੀਕ ਹੈ, ਅਸੀਂ ਇਹਨੂੰ ਸ਼ਬਦ ਦੇ ਲਏ ਆ, ਪਰੰਤੂ ਇਹ ਪੀੜ ਜਿਹੜੀ ਮਨ ਨੂੰ ਬਲੁੰਦਰਦੀ ਆ ਅੰਦਰੋਂ ਪੀੜ, ਉਹ ਮੁੱਦਾ ਕਿ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਨੇ ਆਪਣੀ ਸਿਰਮੌਰ ਧਾਰਮਿਕ ਸੰਸਥਾ ਵਜੋਂ ਚੁਣਿਆ ਸੀ, ਉਸ ਸੰਸਥਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਘਪਲੇ ਘੁਟਾਲਿਆਂ ਦੀ ਗੱਲ ਚੱਲ ਰਹੀ ਆ। ਤੁਸੀਂ ਹੁਣ ਗੱਲ ਕੀਤੀ ਹੈ 267 ਸਰੂਪਾਂ ਦੀ। 267 ਸਰੂਪਾਂ ਤੋਂ ਬਾਅਦ 121 ਸਰੂਪ ਆ ਜਿਹੜੇ ਉਹਨਾਂ ਦਾ ਹੋਰ ਮਸਲਾ ਆ ਗਿਆ। ਉਹ ਤੋਂ ਬਾਅਦ 63 ਸਰੂਪਾਂ ਦੀ ਹੋਰ ਗੱਲ ਕੀਤੀ ਜਾਂਦੀ ਆ। ਅੰਦਰੋਂ ਅੰਦਰੀ ਇਹ ਵੀ ਗੱਲ ਆਉਂਦੀ ਆ ਕਿ ਸ਼ਾਇਦ ਇਹ ਗਿਣਤੀ 3000 ਤੱਕ ਵੀ ਪਹੁੰਚ ਜਾਵੇ। ਸੋ ਗੱਲ ਕੀਤੀ ਜਾਂਦੀ ਸੀ ਕਿ ਅੱਗੇ ਕਿ ਕਿਹਾ ਜਾਂਦਾ ਸੀ ਕਿ ਸ਼੍ਰੋਮਣੀ ਕਮੇਟੀ 'ਚ ਭ੍ਰਿਸ਼ਟਾਚਾਰ ਇਸ ਕਦਰ ਵੱਧ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਉਹਨਾਂ ਨੇ ਆਪਣੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਹ ਕਿਹਾ ਹੋਇਆ ਵੀ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਕੀ ਚਾਹੇ ਤੁਸੀਂ ਸਾਰਾ ਗੁਰਦੁਆਰਾ ਵੇਚ ਦਿਓ, ਕੋਈ ਗੱਲ ਨਹੀਂ। ਪਰੰਤੂ ਹੁਣ ਤਾਂ ਸ਼੍ਰੋਮਣੀ ਕਮੇਟੀ 'ਚ ਗੁਰੂ ਗ੍ਰੰਥ ਸਾਹਿਬ ਵਿਕਣ ਲੱਗ ਪਏ ਨੇ। ਸੋ ਇਸ ਤੋਂ ਮਾੜੀ ਜਿਹੜੀ ਮਤਲਬ ਮੈਂ ਸਮਝਦਾ ਕਿ ਹਾਲਤ ਧਾਰਮਿਕ ਪੱਖੋਂ ਸਾਡੀ ਇਸ ਧਾਰਮਿਕ ਉੱਚ ਸੰਸਥਾ ਦੀ ਕੀ ਹੋ ਸਕਦੀ ਆ ਕਿ ਇਸ ਸੰਸਥਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਸਰੂਪਾਂ ਦੇ ਕੱਪੜੇ ਘੁਟਾਲੇ ਹੋਣ ਲੱਗ ਪਏ ਨੇ। ਪਰੰਤੂ ਉਸ ਤੋਂ ਵੀ ਅਗਲੀ ਤਰਾਸਦੀ ਦੀ ਗੱਲ ਇਹ ਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਸੰਬੰਧੀ ਜਦੋਂ ਪਤਾ ਲੱਗਿਆ, ਹਾਲਾਂਕਿ ਇਹ ਮਸਲਾ ਵਾ ਜਿਹੜਾ ਇਹ ਬਹੁਤ ਪੁਰਾਣਾ ਵਾ, 4 ਸਾਲ ਪੁਰਾਣਾ ਮੁੱਦਾ ਵਾ, ਜਦੋਂ ਉੱਥੇ ਅਗਨੀ ਭੇਟ ਦੀ ਘਟਨਾ ਵਾਪਰੀ ਉਹ ਤੋਂ ਬਾਅਦ ਕਿਉਂਕਿ ਵਿਧਾਨ ਸਭਾ ਚੋਣਾਂ ਸਿਰ 'ਤੇ ਸੀ, ਇਸ ਕਰਕੇ ਬਾਦਲਾਂ ਨੂੰ ਬਚਾਉਣ ਲਈ ਬੇਅਦਬੀ ਕਾਂਡ 'ਚ ਬਾਦਲ ਪਹਿਲਾਂ ਹੀ ਉਲਝੇ ਹੋਏ ਸੀ। ਬਾਦਲਾਂ ਨੂੰ ਬਚਾਉਣ ਲਈ ਉਹ ਬੇਅਦਬੀ ਉਹ ਜਿਹੜਾ ਅਗਰ ਕਾਂਡ ਸੀ ਉਹਨੂੰ ਲਪੇਟੇ ਵਿੱਚ ਲੈ ਲਿਆ, ਉਹਨੂੰ ਦਬਾ ਦਿੱਤਾ ਗਿਆ, ਉਹ 'ਤੇ ਮਿੱਟੀ ਪਾ ਦਿੱਤੀ ਗਈ। ਪਰੰਤੂ ਉਸ ਦੀ ਆੜ ਦੇ ਵਿੱਚ ਜੋ ਕੁਝ ਵਾਪਰਿਆ ਉਹ ਹੁਣ ਹੌਲੀ ਹੌਲੀ ਕਰਕੇ ਸਾਡੇ ਸਾਹਮਣੇ ਆ ਰਿਹਾ। ਜਦੋਂ ਇਹ ਮੁੱਦਾ ਭਖਿਆ 267 ਸਰੂਪਾਂ ਦਾ, ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਸੰਬੰਧੀ ਇੱਕ ਕਮੇਟੀ ਬਣਾਤੀ। ਉਸ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ, ਉਹਦੇ 'ਚ ਉਹਨਾਂ ਨੇ 121 ਸਰੂਪ ਹੋਰ ਜੋੜਤੇ ਅਤੇ ਉਸ 121 ਸਰੂਪਾਂ ਜੋੜਨ ਦੇ ਨਾਲ 63 ਸਰੂਪਾਂ ਦੀ ਹੋਰ ਗੱਲ ਚੱਲ ਪਈ। ਅਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਅੰਦਰਲੇ ਸਰੋਤ ਨੇ ਉਹ ਵੀ ਦੱਸਦੇ ਨੇ ਵੀ ਸ਼ਾਇਦ ਇਹ ਗਿਣਤੀ 3000 ਤੱਕ ਵੀ ਪਹੁੰਚ ਸਕਦੀ ਆ। ਸੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਮੇਟੀ ਬਣਾਈ, ਕਮੇਟੀ ਨੇ ਰਿਪੋਰਟ ਦਿੱਤੀ। ਉਸ ਰਿਪੋਰਟ 'ਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੁਲਾਜ਼ਮ ਸੀ ਉਹਨਾਂ ਨੂੰ ਸਜ਼ਾ ਵੀ ਦਿੱਤੀ।
परंतु अज तक ये नहीं दसिया गया कि आखिर ਨੂੰ ਉਹ 267 ਉਹ 121 ਉਹ 63 शुरू है कित्थे आ। ਮੁੱਖ ਮੁੱਦਾ ਸਾਡਾ ਇਹ ਆ, ਸਾਡਾ ਇਹ ਮੁੱਦਾ ਨਹੀਂ ਆ ਵੀ ਤੁਸੀਂ 2-4 ਮੁਲਾਜ਼ਮਾਂ ਨੂੰ ਸਜ਼ਾ ਦੇ ਦਿਓ, 2-4 ਸੇਵਾਦਾਰਾਂ ਨੂੰ ਸਜ਼ਾ ਦੇ ਦਿਓ, 2-4 ਜਿਹੜੇ ਆਪਦੇ ਤੁਹਾਡੇ ਸਕੱਤਰ ਨੇ ਉਹਨਾਂ ਨੂੰ ਇੱਧਰੋਂ ਉੱਧਰ ਕਰ ਦਿਓ। ਸਾਡਾ ਇਹ ਤਾਂ ਮੁੱਦਾ ਹੀ ਨਹੀਂ। ਮੁੱਦਾ ਤਾਂ ਇਹ ਆ ਕਿ ਜਿਹੜੇ ਪਾਵਨ ਸਰੂਪ ਨੇ ਜਿਨ੍ਹਾਂ ਦੇ ਬਾਰੇ ਇਹ ਸਾਰਾ ਘਪਲਾ ਘਟਾਲਾ ਹੋਇਆ, ਉਹ ਸਰੂਪ ਹੈ ਕਿੱਥੇ, ਉਹਨਾਂ ਨੂੰ ਕੀ ਕੀਤਾ ਗਿਆ, ਉਹਨਾਂ ਨੂੰ ਵੇਚਿਆ ਗਿਆ, ਉਹਨਾਂ ਦਾ ਕੀ ਕੀਤਾ ਗਿਆ। ਸੋ ਇਹ ਜਿਹੜਾ ਮੁੱਖ ਮੁੱਦਾ ਸਾਡੇ ਕੋਲ ਇਹ ਅੱਜ ਵੀ ਪੂਰਨ ਰੂਪ ਦੇ ਵਿੱਚ ਹਨੇਰੇ 'ਚ ਆ। ਨਾ ਤਾਂ ਕੌਮ ਨੂੰ ਉਹ ਰਿਪੋਰਟ ਦਿਖਾਈ ਦਿੱਤੀ ਆ ਜਿਹੜੀ ਐਡਵੋਕੇਟ ਈਸ਼ਰ ਸਿੰਘ ਦੀ ਕਮੇਟੀ ਨੇ ਬਣਾਈ ਆ, ਵੀ ਉਹ ਰਿਪੋਰਟ ਦੇ ਵਿੱਚ ਕੀ ਆ, ਸਾਨੂੰ ਕੁਝ ਨਹੀਂ ਪਤਾ। ਉਹ ਸੀਲਬੰਦ ਲਿਫਾਫੇ 'ਚ ਕਾਰਜਕਾਰਨੀ ਕਮੇਟੀ ਕੋਲ ਚਲੀ ਗਈ ਆ। ਕਾਰਜਕਾਰਨੀ ਕਮੇਟੀ ਤੁਸੀਂ ਇਹ ਦੇਖੋ ਵੀ ਜਦੋਂ ਕਾਰਜਕਾਰਨੀ ਕਮੇਟੀ ਸ਼੍ਰੋਮਣੀ ਕਮੇਟੀ ਦੀ ਆ ਜਿਹੜੀ ਕਾਰਜਕਾਰਨੀ, ਉਹਦੀ ਮੀਟਿੰਗ ਰੱਖੀ ਗਈ ਆ, ਉਹ ਸਜ਼ਾ ਦੇਣ ਲਈ ਮੀਟਿੰਗ ਰੱਖੀ ਗਈ ਆ, ਅਤੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦਲ ਦੀ ਕੋਰ ਕਮੇਟੀ ਦੀ ਚੰਡੀਗੜ੍ਹ 'ਚ ਮੀਟਿੰਗ ਹੁੰਦੀ ਆ, ਔਰ ਉਹਦੇ ਵਿੱਚ ਹਰਚੰਦ ਸਿੰਘ ਜਿਹੜਾ ਗੋਬਿੰਦ ਸਿੰਘ ਲੌਂਗੋਵਾਲਾ ਪ੍ਰਧਾਨ ਆ ਸ਼੍ਰੋਮਣੀ ਕਮੇਟੀ ਦਾ, ਉਹਦੇ ਸ਼ਾਮਲ ਹੋ ਕੇ ਆਉਂਦਾ। ਮਤਲਬ ਉੱਥੋਂ ਆਦੇਸ਼ ਲੈ ਕੇ ਆਉਂਦਾ ਕਿ ਅਸੀਂ ਕਾਰਜਕਾਰਨੀ 'ਚ ਫੈਸਲੇ ਕੀ ਕਰਨੇ ਨੇ। ਸੋ ਇਹ ਬਿਲਕੁਲ ਸਾਫ਼ ਆ ਕਿ ਇਸ ਵੇਲੇ ਜਿਹੜਾ ਘਪਲਾ ਘੁਟਾਲਾ ਵਾ, ਕਿਉਂਕਿ ਇਹ ਤਾਂ ਉੱਪਰੋਂ ਚੱਲਦੇ, ਉਹਦੇ ਥੱਲੇ ਤਾਂ ਚੱਲਦੇ ਨਹੀਂ। ਜਿਹੜੇ ਐਡੀ ਵੱਡੀ ਪੱਧਰ 'ਤੇ ਹੁੰਦੇ ਆ, ਛੋਟੇ ਮੋਟੇ ਘਪਲੇ ਤਾਂ ਥੱਲੇ ਵੀ ਹੋ ਸਕਦੇ ਨੇ, ਮੁਲਾਜ਼ਮ ਵੀ ਕਰ ਸਕਦੇ ਨੇ, ਅਹੁਦੇਦਾਰ ਵੀ ਕਰ ਸਕਦੇ ਨੇ। ਹੁਣ ਜਿੱਥੇ ਮਤਲਬ ਤੁਸੀਂ ਇਹ ਦੇਖੋ ਵੀ 267 121 63 ਅਤੇ 3000 ਦੀ ਗੱਲ ਵੀ ਕੀਤੀ ਜਾਂਦੀ ਹੈ। ਜੇ ਐਡੀ ਵੱਡੀ ਪੱਧਰ 'ਤੇ ਘਪਲਾ ਘਟਾਲਾ ਹੁੰਦਾ, ਉਹ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਸਰੂਪਾਂ ਨਾਲ, ਅਤੇ ਫਿਰ ਇਹਦਾ ਮਤਲਬ ਆ ਕਿ ਉੱਪਰਲਾ ਜਿਹੜਾ ਨਿਜ਼ਾਮ ਆ ਉਹ ਇਸ ਸਾਰੇ ਗੱਲ ਦੇ ਵਿੱਚ ਇਨਵੋਲਵ ਆ, ਪੂਰੀ ਤਰ੍ਹਾਂ ਇਸ ਗੱਲ ਦੇ ਵਿੱਚ ਲਪੇਟਿਆ ਹੋਇਆ। ਸੋ ਹੁਣ ਜਦੋਂ ਤੱਕ ਜਿਹੜੇ ਮੁੱਖ ਦੋਸ਼ੀ ਨੇ ਉਹ ਸਾਹਮਣੇ ਨਹੀਂ ਆਉਂਦੇ, ਜਦੋਂ ਤੱਕ ਇਹ ਗੱਲ ਸਾਡੇ ਸਾਹਮਣੇ ਨਹੀਂ ਆਉਂਦੀ ਕਿ ਆਖਰ ਪਵਿੱਤਰ ਪਾਵਨ ਸਰੂਪ ਗਏ ਕਿੱਥੇ, ਮੈਂ ਸਮਝਦਾ ਕਿ ਉਦੋਂ ਤੱਕ ਨਾ ਕਿਸੇ ਰਿਪੋਰਟ ਦਾ ਕੋਈ ਲਾਭ ਆ ਅਤੇ ਨਾ ਉਦੋਂ ਤੱਕ ਕਿਸੇ ਦਿੱਤੀ ਸਜ਼ਾ ਦਾ ਕੋਈ ਲਾਭ ਆ। ਸਜ਼ਾ ਤਾਂ ਇਹ ਆ ਕਿ ਕੱਲ੍ਹ ਨੂੰ ਉਹ ਹਾਈ ਕੋਰਟ ਚਲੇ ਜਾਣਗੇ, ਹਾਈ ਕੋਰਟ ਸਟੇ ਦੇ ਦੂਗੀ, ਉਹਦੇ ਨਾਲ ਤਾਂ ਕੋਈ ਗੱਲ ਨਹੀਂ ਬਣਦੀ। ਅੱਗੇ ਵੀ ਅਸੀਂ ਦੇਖਿਆ ਹੀ ਆ ਕਿ ਵੱਡੀਆਂ ਵੱਡੀਆਂ ਸਜ਼ਾ ਦਿੱਤੀਆਂ ਜਾਂਦੀਆਂ ਨੇ, ਮੁੜ ਕੇ ਕੋਰਟਾਂ ਨੇ ਜਿਹੜੀਆਂ ਉਹਨੂੰ ਬਦਲ ਦਿੰਦੀਆਂ ਨੇ, ਉਹਦਾ ਤਾਂ ਸਾਨੂੰ ਕੋਈ ਲਾਭ ਨਹੀਂ ਹੈ। ਸੋ ਸਾਨੂੰ ਜਿਹੜੀ ਕੌਮ ਦੀ ਇਸ ਵੇਲੇ ਇੱਕ ਸਰੂਪ ਸੀ ਜਿਹੜਾ ਉਹ ਸਾਡੇ ਦੁਸ਼ਮਣਾਂ ਨੇ ਬੇਅਦਬੀ ਕੀਤੀ, ਉਹਦੀ ਬਰਗਾੜੀ, ਅਤੇ ਕੌਮ ਤੜਫ ਕੇ ਰਹਿ ਗਈ। ਸੋ ਅੱਜ ਜਿਹੜੀ ਸਾਡੀ ਆਪਣੀ ਸੰਸਥਾ ਵਾ, ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਵਾ ਧਾਰਮਿਕ ਤੌਰ 'ਤੇ, ਜਿਹਦਾ ਇਹ ਜ਼ਿੰਮੇਵਾਰੀ ਆ ਕਿ ਉਹਨੇ ਸਰੂਪਾਂ ਦੀ ਸੰਭਾਲ ਕਰਨੀ ਆ, ਸਰੂਪਾਂ ਦੀ ਸਫਾਈ ਕਰਨੀ ਆ। ਜੇ ਉੱਥੇ ਐਡਾ ਵੱਡਾ ਘਟਾਲਾ ਹੁੰਦਾ ਤਾਂ ਫਿਰ ਕੌਮ ਦੀ ਜਿਹੜੀ ਅੰਦਰੂਨੀ ਪੀੜਾ ਵਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹ ਕੌਮ ਦੀ ਅੰਦਰੂਨੀ ਪੀੜਾ ਦਾ ਮਸਲਾ ਵਾ। ਸੋ ਇਹਦੇ ਲਈ ਜ਼ਰੂਰੀ ਆ ਕਿ ਸਾਨੂੰ ਸਭ ਤੋਂ ਪਹਿਲਾਂ ਪਤਾ ਲੱਗੇ ਕਿ ਆਖਰ ਨੂੰ ਉਹ ਪਵਿੱਤਰ ਪਾਵਨ ਸਰੂਪ ਗਏ ਕਿੱਥੇ, ਅਤੇ ਜਿਹੜੇ ਵੱਡੇ ਮਗਰਮੱਛ ਸੀ ਉਹਨਾਂ ਨੂੰ ਜਾਲ ਦੇ ਵਿੱਚ ਕਿਉਂ ਨਹੀਂ ਲਿਆ ਗਿਆ। ਪਿਛਲੇ ਦਿਨੀ ਸਿੰਘ ਸਾਹਿਬ ਨੇ ਜਿੱਦਣ ਇਹ ਕਮੇਟੀ ਬਣਾਈ ਸੀ, ਉਦਣ ਉਹਨਾਂ ਦਾ ਖੁਦ ਦਾ ਕਹਿਣਾ ਸੀ ਕਿ ਸ਼ਾਇਦ ਇਹ ਜਿਹੜੇ ਸਰੂਪ ਨੇ ਇਹ ਕਿਤੇ ਛਾਪੇ ਹੀ ਨਹੀਂ ਗਏ। ਹਾਂਜੀ, ਟੈਕਨੀਕਲ ਗਲਤੀ ਹੋ ਸਕਦੀ ਆ ਵੀ ਸਾਡੇ ਕੋਲੇ ਰੱਖ ਰਖਾ ਦੀ ਕੋਈ ਜਿਹੜੀ ਉਹਨਾਂ ਦਾ ਹਿਸਾਬ ਕਿਤਾਬ ਆ ਉਹਦੇ ਵਿੱਚ ਵੀ ਗਲਤੀ ਨੇ ਲੱਗੀ ਆ। ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਇੱਥੇ ਬਣਦੀ ਕਾਰਵਾਈ ਵੀ ਪਿਛਲੀ ਮੀਟਿੰਗ ਦੇ ਵਿੱਚ ਕਰਤੀ। ਔਰ ਤੁਹਾਡੀ ਗੱਲ ਵਿਚਾਲੇ ਆ, ਅੱਜ ਜਿਹੜੀ ਮਤਲਬ ਅਹਿਮ ਰਿਪੋਰਟ ਆਈ ਆ ਕਿ ਇੱਕ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਾਰਾ ਅਕਾਊਂਟ ਆ ਉਹਨੂੰ ਆਡਿਟ ਕਰਨ ਲਈ ਇੱਕ ਸਰਕਾਰ ਵੱਲੋਂ ਵੀ ਅਕਾਊਂਟ ਹੁੰਦਾ ਉੱਥੇ। ਸੋ ਉਸ ਦੀ ਰਿਪੋਰਟ ਆਈ ਆ ਕਿ 2018 'ਚ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਿੱਠੀ ਲਿਖੀ ਸੀ ਵੀ ਤੁਹਾਡੇ ਇਹ ਵੱਡਾ ਘਪਲਾ ਘੁਟਾਲਾ ਹੋ ਰਿਹਾ ਵਾ। ਸੋ ਜੇ 2018 'ਚ ਉਹ ਅਕਾਊਂਟੈਂਟ ਆ ਜਿਹੜਾ ਉਹ ਚਿੱਠੀ ਲਿਖਦਾ ਵਾ, ਫਿਰ ਇਹਦਾ ਮਤਲਬ ਜੇ ਉਸ ਚਿੱਠੀ ਨੂੰ ਖੂਹ ਖਾਤੇ ਪਾ ਦਿੱਤਾ ਜਾਂਦਾ, ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ, ਇਹਦਾ ਮਤਲਬ ਜਿਹੜੇ ਉੱਪਰਲੇ ਉੱਚ ਅਧਿਕਾਰੀ ਨੇ ਜਿਹੜੇ ਵਿੱਚ ਪ੍ਰਧਾਨ ਵੀ ਸ਼ਾਮਲ ਆ, ਉਹਨਾਂ ਨੂੰ ਇਹ ਸਾਰੇ ਮਾਮਲੇ ਦੀ ਜਾਣਕਾਰੀ ਸੀ। ਸੋ ਜੇ ਉਹਨਾਂ ਨੂੰ ਸਾਰਿਆਂ ਨੂੰ ਇਹ ਸਾਰੇ ਮਾਮਲੇ ਦੀ ਜਾਣਕਾਰੀ ਸੀ, ਇਹ ਮਾਮਲਾ ਕਿਉਂ ਦਵਾਇਆ ਗਿਆ। ਸੋ ਇਹ ਬੜੀ ਵੱਡੀ ਮਤਲਬ ਇਹ ਜਿਹੜੀ ਜਾਂਚ ਆ ਇਹ ਬੜੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਾ। ਸੋ ਕੌਮ ਨੂੰ ਇਸ ਪਾਸੇ ਜ਼ਰੂਰ ਮੈਂ ਸਮਝਦਾ ਕਿ ਧਿਆਨ ਦੇਣਾ ਚਾਹੀਦਾ ਕਿ ਅਸੀਂ ਘੱਟੋ ਘੱਟ ਇਹ ਤਾਂ ਪਤਾ ਲਾ ਸਕੀਏ ਕਿ ਸਰੂਪ ਆਖਰ ਗਏ ਕਿੱਥੇ। ਹੀਰਾ ਸਾਹਿਬ, ਇੱਕ ਗੱਲ ਹੋਰ ਇਹਦੇ ਨਾਲ ਹੀ ਕਰਨੀ ਬਣਦੀ ਆ ਜੀ, ਜਿਹੜੀ ਕਾਰਵਾਈ ਹੋਈ ਆ ਜੀ ਉਹ ਛੋਟੇ ਮੁਲਾਜ਼ਮਾਂ 'ਤੇ ਤਾਂ ਕਾਰਵਾਈ ਕਰ ਦਿੱਤੀ ਆ, ਪਰ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਕਿਉਂ ਛੱਡਿਆ ਗਿਆ ਜੀ? ਮੈਂ ਤਾਂ ਪਹਿਲਾਂ ਹੀ ਗੱਲ ਕੀਤੀ ਹੈ ਤੁਹਾਡੇ ਸਾਹਮਣੇ ਕਿ ਹੁਣ ਜੇ ਤੁਸੀਂ 2-4-10 ਮੁਲਾਜ਼ਮਾਂ 'ਤੇ ਕਾਰਵਾਈ ਕਰ ਦੋਗੇ, ਕਿਸੇ ਨੂੰ ਬਰਖਾਸਤ ਕਰਤਾ, ਕਿਸੇ ਨੂੰ ਮੁਅੱਤਲ ਕਰਤਾ, ਕਿਸੇ 'ਤੇ ਉਹ ਵਿਭਾਗੀ ਕਾਰਵਾਈ ਕਰਤੀ, ਉਹਦੇ ਨਾਲ ਆਖਰ ਨੂੰ ਕੀ ਹੋਊਗਾ? ਕਿਉਂਕਿ ਮਾਮਲਾ ਵਾ ਜਿਹੜਾ ਇਹ ਬੇਹੱਦ ਗੰਭੀਰ ਆ। ਹੁਣ ਇਹ ਹੋਰ ਗੰਭੀਰ ਹੋ ਗਿਆ ਕਿ 18 'ਚ ਉਹ ਕਹਿ ਰਿਹਾ ਵਾ, ਸਰਕਾਰ ਵਾਲਾ ਜਿਹੜਾ ਅਕਾਊਂਟੈਂਟ ਆ ਉਹ ਕਹਿ ਰਿਹਾ ਕਿ ਮੈਂ ਚਿੱਠੀ ਲਿਖੀ ਸੀ। ਹੁਣ ਉਸ ਤੋਂ ਬਾਅਦ ਤਾਂ ਇਹ ਹੋਰ ਗੰਭੀਰ ਹੋ ਗਿਆ ਕਿ ਆਖਰ ਨੂੰ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਆ, ਅਤੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੇ ਜਿਹੜੇ ਉਹਨਾਂ ਨੂੰ ਇੱਧਰੋਂ ਉੱਧਰ ਕੀਤਾ ਗਿਆ, ਜੋ ਕੁਝ ਵੀ ਕੀਤਾ ਗਿਆ,
ਸੋ ਉਹਨਾਂ ਦੀ ਗਿਣਤੀ ਦੀ ਗੱਲ ਹੁਣ 3000 ਤੱਕ ਵੀ ਜਾ ਰਹੀ ਹੈ। ਸੋ ਆਖਰ ਨੂੰ ਇਹ ਐਡਾ ਵੱਡਾ ਮਤਲਬ ਕੌਮ ਦੇ ਨਾਲ ਜਿਹੜਾ ਧੋਖਾ ਹੋਇਆ ਵਾ, ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਨਾਲ ਛੇੜਛਾੜ ਹੋਈ ਆ, ਇਹ ਮਾਮਲਾ ਜਿਹੜਾ ਬੇਹੱਦ ਗੰਭੀਰ ਆ ਔਰ ਉਸੇ ਗੰਭੀਰਤਾ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀਆਂ ਨਿੱਕੀਆਂ ਮੱਛੀਆਂ ਇਹਨਾਂ ਦਾ ਤਾਂ ਕੋਈ ਖਾਸ ਗੱਲ ਨਹੀਂ, ਗੱਲ ਤਾਂ ਉੱਥੇ ਹੀ ਆਉਣੀ ਆ ਕਿ ਆਖਰ ਨੂੰ ਵੱਡੇ ਮਗਰਮੱਛ ਜਿਨ੍ਹਾਂ ਨੇ ਇਸ ਕਾਂਡ ਤੇ ਮਿੱਟੀ ਪਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਕੌਣ ਹੈ, ਉਹ ਕਿਉਂ ਨਹੀਂ ਸਾਹਮਣੇ ਲਿਆਂਦੇ ਜਾ ਰਹੇ। ਏਡੇ ਜਿਹੜੇ ਮਸਲੇ ਨੇ ਕੌਮ ਦੇ, ਮੰਨ ਲਓ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਵਾ ਜਿਹੜਾ ਸਾਹਮਣੇ ਆ ਰਿਹਾ, ਫਿਰ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹ ਚੁੱਪ ਕਿਉਂ ਨਹੀਂ ਜੀ? ਦੇਖੋ ਇਹ ਸਾਡੀ ਕੌਮ ਦੀ ਵੱਡੀ ਤਰਾਸਦੀ ਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਕੌਮ ਨੂੰ ਰਾਜਸੀ ਪ੍ਰਭੂ ਸੱਤਾ ਦੇਣ ਦੇ ਲਈ ਉਹਨਾਂ ਨੇ ਸਥਾਪਿਤ ਕੀਤਾ ਸੀਗਾ। ਸੰਤ ਵੀ ਹੋਊ, ਸਿਪਾਹੀ ਵੀ ਹੋਊਗਾ ਸਿੱਖ। ਸੋ ਉਹ ਜਿਹੜਾ ਆਜ਼ਾਦ ਪ੍ਰਭੂ ਸੱਤਾ ਦਾ ਮਾਲਕ ਅਕਾਲ ਤਖਤ ਸੀ, ਜੇ ਉਹਨੂੰ ਤਖਤ ਦਾ ਨਾਂ ਦਿੱਤਾ ਗਿਆ, ਸਾਡੇ ਤਖਤਾਂ ਨੂੰ ਤਖਤ ਦਾ ਨਾਂ ਦਿੱਤਾ ਗਿਆ, ਇਹਦਾ ਮਤਲਬ ਰਾਜਾ। ਸੋ ਜੇ ਉਹ ਅੱਜ ਕਿਸੇ ਪਰਿਵਾਰ ਦਾ, ਉਹਦਾ ਜਿਹੜਾ ਜਥੇਦਾਰ ਆ ਕਿਸੇ ਪਰਿਵਾਰ ਦਾ ਗੁਲਾਮ ਹੋ ਗਿਆ, ਅਤੇ ਉਸ ਤੋਂ ਵੱਡੀ ਕੌਮ ਦੀ ਤਰਾਸਦੀ ਕੀ ਆ? ਸੋ ਇਸੇ ਕਾਰਨ, ਕਿਉਂਕਿ ਉਹ ਇੱਕ ਪਰਿਵਾਰ ਦੇ ਗੁਲਾਮ ਹੋ ਗਏ ਨੇ ਜਿਹੜੇ ਜਥੇਦਾਰ ਨੇ, ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਕਦੇ ਚੰਡੀਗੜ੍ਹੋਂ ਲਿਫਾਫੇ 'ਚ ਆਉਂਦਾ ਵਾ, ਕਦੇ ਉਹ ਬਠਿੰਡੇ ਤੋਂ ਲਿਫਾਫੇ ਦੇ ਵਿੱਚ ਆਉਂਦਾ। ਸੋ ਇਸ ਕਰਕੇ ਜਿਹੜੀ ਮਤਲਬ ਜਿਹੜੇ ਜਥੇਦਾਰ ਨੇ, ਜਿਹੜੀ ਉਹਨਾਂ ਦੀ ਕੌਮ ਦੇ ਵਿੱਚ ਸਤਿਕਾਰ ਸੀ, ਕੌਮ ਦੇ ਵਿੱਚ ਉਹਨਾਂ ਦਾ ਰੋਹਬ ਜਾਬ ਸੀ, ਉਹ ਇਸ ਕਾਰਨ ਆ ਜਿਹੜਾ ਉਹ ਖਤਮ ਹੋ ਗਿਆ ਕਿ ਆਜ਼ਾਦ ਪ੍ਰਭੂ ਸੱਤਾ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਹ ਨਹੀਂ ਰਹੀ। ਕਿਉਂਕਿ ਇਸੇ ਮਾਮਲੇ ਨੂੰ ਲੈ ਕੇ ਹੀ ਜੇ ਅੱਗੇ ਦੇਖਿਆ ਜਾਵੇ ਤਾਂ ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ, ਜਿਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਮੁੱਦਾ, ਉਹਦੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਵੱਲੋਂ ਕੀਤੇ ਗਏ ਫੈਸਲੇ ਨੂੰ ਸਾਡੇ ਜਿਹੜੇ ਰਣਜੀਤ ਸਿੰਘ ਢੰਡਰੀਆਂ ਵਾਲੇ ਜਾਂ ਜਿਹੜੇ ਹੋਰ ਨੇ ਕਈ ਪ੍ਰਚਾਰਕ, ਉਹ ਕਿਉਂ ਨਹੀਂ ਮੰਨਦੇ ਜੀ? ਫਿਰ ਉੱਥੇ ਗੱਲ ਆ ਜਾਂਦੀ ਆ ਕਿ ਉਹ ਇਹਨਾਂ ਫੈਸਲਿਆਂ ਨੂੰ ਚੁਣੌਤੀਆਂ ਕਿਉਂ ਦੇ ਰਹੇ ਨੇ? ਕਿਉਂਕਿ ਅਕਾਲ ਤਖ਼ਤ ਆ ਜਿਹੜਾ ਸੁਪਰੀਮ ਆ ਜੀ ਸਾਡੇ ਸਿੱਖ ਕੌਮ ਦਾ, ਫਿਰ ਉਹਨੂੰ ਚੁਣੌਤੀ ਦੇਣ ਦਾ ਕਾਰਨ ਨਹੀਂ। ਦੇਖੋ, ਅਕਾਲ ਤਖ਼ਤ ਨੂੰ ਕੋਈ ਵੀ ਮਤਲਬ ਜਿਹੜਾ ਖਾਸ ਕਰਕੇ ਆਪਣੇ ਆਪ ਨੂੰ ਸਿੱਖ ਕਹਾਉਂਦਾ, ਜਿਹਦੇ ਨਾਮ ਪਿੱਛੇ ਸਿੰਘ ਲੱਗਦਾ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਚੁਣੌਤੀ ਨਹੀਂ ਦੇ ਸਕਦਾ ਕਿਸੇ ਵੀ ਕੀਮਤ 'ਤੇ। ਹੁਣ ਮੁੱਦਾ ਇਹ ਆ ਗਿਆ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕ ਬਣੇ ਹੋਏ ਆ, ਜਿਨ੍ਹਾਂ ਨੂੰ ਆਪਾਂ ਜਥੇਦਾਰ ਕਹਿ ਦਿੰਦੇ ਹਾਂ, ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਉਹ ਕਿਉਂਕਿ ਇੱਕ ਪਰਿਵਾਰ ਦੇ ਲਿਫਾਫੇ 'ਚੋਂ ਨਿਕਲਦੇ ਆ, ਉਸ ਪਰਿਵਾਰ ਦੀ ਗੁਲਾਮੀ ਅਨੁਸਾਰ ਕੰਮ ਕਰਦੇ ਨੇ। ਇਸ ਕਰਕੇ ਜਿਹੜਾ ਉਹਨਾਂ ਦਾ ਸਤਿਕਾਰ ਸੀ ਜਾਂ ਉਹਨਾਂ ਦੀ ਜਿਹੜੀ ਸ਼ਕਤੀ ਸੀ, ਉਹ ਆ ਜਿਹੜੀ ਉਹ ਹੁਣ ਤਕਰੀਬਨ ਇੱਕ ਤਰ੍ਹਾਂ ਦੀ ਖਤਮ ਹੋ ਗਈ, ਅਤੇ ਇਸ ਕਰਕੇ ਹਰ ਕੋਈ ਬੰਦਾ ਉਹਨੂੰ ਚੈਲੰਜ ਕਰਨ ਲੱਗ ਗਿਆ। ਜਿਹੜਾ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਮਾਮਲਾ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਦੇਖੋ, ਅਸਲ ਵਿੱਚ ਗੱਲ ਇਹ ਆ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਜਿਹੜਾ ਢੱਡਰੀਆਂ ਵਾਲੇ ਦਾ ਮਸਲਾ ਵਾ, ਜਿਹੜੇ ਉਹਨੇ ਮੁੱਦੇ ਉਠਾਏ ਹੋਏ ਨੇ, ਉਹਨਾਂ ਦਾ ਬਹੁਤ ਸਾਰਿਆਂ ਦਾ ਸੰਬੰਧ ਆ ਜਿਹੜਾ ਉਹ ਸਿੱਖ ਸਿਧਾਂਤਾਂ ਨਾਲ ਵੀ ਆ, ਸਿੱਖ ਪਰੰਪਰਾਵਾਂ ਨਾਲ ਵੀ ਆ, ਸਿੱਖ ਮਰਿਆਦਾ ਨਾਲ ਵੀ ਆ, ਸਿੱਖ ਇਤਿਹਾਸ ਨਾਲ ਵੀ ਆ। ਸੋ ਜਦੋਂ ਤੱਕ ਜਿਹੜੇ ਕੌਮ 'ਚ ਵਿਵਾਦ ਪੈਦਾ ਹੋਏ ਨੇ, ਸਾਨੂੰ ਇੱਕ ਤਾਂ ਪਹਿਲੀ ਗੱਲ ਹੈ ਇਹ ਸਮਝਣਾ ਪਊਗਾ ਕਿ ਕੌਮ ਤੇ ਅੱਜ ਦਾ ਨਹੀਂ, ਗੁਰੂ ਨਾਨਕ ਸਾਹਿਬ ਸਮੇਂ ਤੋਂ ਹੀ ਜਿਹੜੇ ਸਾਡੇ ਦੁਸ਼ਮਣ ਲੋਕ ਸੀ ਉਹਨਾਂ ਦਾ ਹਮਲਾ ਜਾਰੀ ਆ। ਸੋ ਉਹ ਕਦੇ ਗੁਰਬਾਣੀ 'ਤੇ ਹਮਲਾ ਕਰਦੇ ਨੇ, ਕਦੇ ਸਾਡੇ ਇਤਿਹਾਸ 'ਤੇ ਹਮਲਾ ਕਰਦੇ ਨੇ, ਕਦੇ ਸਾਡੇ ਗੁਰੂ ਸਾਹਿਬਾਨ ਦੀ ਜੀਵਨੀ 'ਤੇ ਹਮਲਾ ਕਰਦੇ ਨੇ, ਕਦੇ ਸਾਡੀਆਂ ਪਰੰਪਰਾਵਾਂ 'ਤੇ ਹਮਲਾ ਕਰਦੇ ਨੇ, ਕਦੇ ਸਾਡੀ ਮਰਿਆਦਾ 'ਤੇ ਹਮਲਾ ਕਰਦੇ ਨੇ। ਉਹ ਅੱਜ ਦਾ ਨਹੀਂ, ਉਹ ਪੁਰਾਤਨ ਸਮੇਂ ਤੋਂ ਚੱਲ ਰਿਹਾ। ਸੋ ਜਦੋਂ ਤੱਕ ਕੌਮ ਦੇ ਵਿੱਚ ਜਿਹੜੇ ਵਿਵਾਦਤ ਮੁੱਦੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਦਸਮ ਗ੍ਰੰਥ ਦਾ ਮੰਨ ਲਈਏ, ਚਾਹੇ ਉਹ ਨਾਨਕਸ਼ਾਹੀ ਕੈਲੰਡਰ ਦਾ ਮੰਨ ਲਈਏ, ਚਾਹੇ ਉਹ ਸਿਧਾਂਤਾਂ ਦਾ ਮੰਨ ਲਈਏ, ਚਾਹੇ ਅਸੀਂ ਹੋਰ ਜਿਹੜੇ ਆ ਉਹ ਮੁੱਦੇ ਆ ਮੰਨ ਲਈਏ, ਜਿਹੜੇ ਵਿਵਾਦਤ ਮੁੱਦੇ ਨੇ, ਜਿਹੜੇ ਗੁਰੂ ਨਾਲ, ਗੁਰਬਾਣੀ ਨਾਲ, ਸਿਧਾਂਤਾਂ ਨਾਲ ਜੁੜੇ ਹੋਏ ਨੇ, ਜਦੋਂ ਤੱਕ ਉਹਨਾਂ ਸਾਰਿਆਂ ਮੁੱਦਿਆਂ ਦਾ ਕੌਮ ਸਿਰ ਜੋੜ ਕੇ ਬੈਠ ਕੇ ਫੈਸਲਾ ਨਹੀਂ ਕਰ ਲੈਂਦੀ, ਉਦੋਂ ਤੱਕ ਇਹ ਜਿਹੜੇ ਵਿਵਾਦ ਨੇ, ਨਿੱਕੇ ਨਿੱਕੇ ਵਿਵਾਦ ਨੇ, ਇਹ ਉੱਠਦੇ ਰਹਿਣਗੇ। ਇਹਨਾਂ ਨੂੰ ਅਸੀਂ ਖ਼ਤਮ ਨਹੀਂ ਕਰ ਸਕਦੇ। ਸੋ ਇਹ ਜ਼ਰੂਰੀ ਆ ਕਿ ਕੌਮ ਦੇ ਵਿੱਚ ਕੋਈ ਦਾਨਸ਼ਵਰ ਨੇ, ਜਿਹੜੇ ਸਿਆਣੇ ਨੇ, ਜਿਹੜੇ ਬੁੱਧੀਜੀਵੀ ਨੇ, ਜਿਹੜੇ ਨਿਰਪੱਖ ਨੇ, ਉਹਨਾਂ ਦੀ ਇੱਕ ਕਮੇਟੀ ਬਣੇ ਅਤੇ ਇਹ ਵਿਵਾਦਤ ਮੁੱਦਿਆਂ ਦਾ ਉਹ ਹੱਲ ਕਰਨ ਵੱਲ ਪਾਸੇ ਤੁਰੇ। ਅਤੇ ਜਿਹੜੇ ਮੁੱਦਿਆਂ ਦਾ ਵਿਵਾਦ ਖਤਮ ਨਹੀਂ ਕੀਤਾ ਜਾ ਸਕਦਾ, ਘੱਟੋ ਘੱਟ 20 ਸਾਲ ਦੇ ਲਈ ਉਹਨਾਂ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਵੇ, ਇਹਨਾਂ ਦੀ ਕਿਸੇ ਨੇ ਗੱਲ ਨਹੀਂ ਕਰਨੀ। ਸੋ ਜਦੋਂ ਤੱਕ ਕੌਮ ਇਸ ਪਾਸੇ ਨਹੀਂ ਤੁਰਦੀ, ਉਦੋਂ ਤੱਕ ਇਹ ਜਿਹੜੇ ਕੌਮ ਦੇ ਵਿੱਚ ਨਿੱਕੇ ਨਿੱਕੇ ਵਿਵਾਦ ਨੇ, ਇਹ ਖੜ੍ਹੇ ਹੁੰਦੇ ਰਹਿਣਗੇ। ਇਹਦੇ ਨਾਲ ਕੌਮ 'ਚ ਜਿਹੜੀਆਂ ਵੰਡੀਆਂ ਨੇ, ਹੁਣ ਤਾਂ ਇੱਥੇ ਤੱਕ ਨੌਬਤ ਆ ਗਈ ਜਿਵੇਂ ਮੁਸਲਮਾਨਾਂ 'ਚ ਸ਼ੀਆ ਅਤੇ ਸੁੰਨੀ ਦੀ ਇੱਕ ਲਾਈਨ ਖਿੱਚੀ ਹੋਈ ਆ, ਵੰਡੀ ਪਈ ਹੋਈ ਆ, ਪੱਕੀ ਵੰਡੀ।
ਸੀਏ ਅੱਡ ਨੇ, ਸੁੰਨੀ ਅੱਡ ਨੇ, ਆਪਸ ਵਿੱਚ ਟਕਰਾਉਂਦੇ ਵੀ ਰਹਿੰਦੇ ਨੇ, ਲੜਦੇ ਵੀ ਰਹਿੰਦੇ ਨੇ, ਮਰਦੇ ਵੀ ਰਹਿੰਦੇ ਨੇ। ਸੋ ਅੱਜ ਮਤਲਬ ਇਹਨਾਂ ਨੇ ਕੌਮ ਨੂੰ ਉੱਥੇ ਲਿਆ ਕੇ ਖੜਾ ਕਰਤਾ ਕਿ ਕੌਮ ਆ ਜਿਹੜੀ ਉਹ ਦੋ ਧੜਿਆਂ 'ਚ, ਇੱਕ ਦਸਮ ਗ੍ਰੰਥ ਵਾਲਾ ਧੜਾ ਹੋ ਗਿਆ ਅਤੇ ਦੂਜੇ ਪਾਸੇ ਜਿਹੜਾ ਸਿਰਫ ਇਕੱਲਾ ਜਿਹੜਾ ਦਸਮ ਗ੍ਰੰਥ ਦਾ ਵਿਰੋਧੀ ਧੜਾ ਉਹ ਹੋ ਗਿਆ। ਸੋ ਮਿਸ਼ਨਰੀ ਹੋ ਗਏ, ਦੂਜੇ ਪਾਸੇ ਟਕਸਾਲੀ ਹੋ ਗਏ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਕੌਮ ਦੇ ਵਿੱਚ ਪੈਦਾ ਹੋ ਰਿਹਾ, ਜਿਹੜਾ ਕਿ ਹੁਣ ਤੁਸੀਂ ਇਹ ਦੇਖੋ ਵੀ ਜਿਸ ਕੌਮ ਦੇ ਕੋਲ ਆਪਣਾ ਲਿਖਤੀ ਸੰਵਿਧਾਨ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ 'ਚ, ਸਾਡੇ ਕੋਲ ਪਿਓ ਦਾਦੇ ਦਾ ਐਡਾ ਵੱਡਾ ਅਨਮੋਲ ਖਜ਼ਾਨਾ ਹੋਵੇ, ਉਸ ਕੌਮ ਦੇ ਵਿੱਚ ਵਿਵਾਦ ਪੈਦਾ ਹੋਣਾ ਕੌਮ ਦੀ ਮੂਰਖਤਾ ਦੀ ਨਿਸ਼ਾਨੀ ਹੈ। ਇਸ ਤੋਂ ਬਾਅਦ ਤਾਂ ਮੈਂ ਹੋਰ ਕੁਝ ਨਹੀਂ ਕਹਿ ਸਕਦਾ। ਇਹ ਬਿਲਕੁਲ ਤੁਹਾਡੀ ਗੱਲ ਵੀ 16 ਨੇ ਸੱਚੀ ਆ ਕਿ ਇਸ ਗੱਲ ਨੂੰ ਮੂਰਖਤਾ ਦੀ ਨਿਸ਼ਾਨੀ ਹੀ ਕਿਹਾ ਜਾ ਸਕਦਾ, ਕਿਉਂਕਿ ਜਿਹਦਾ ਇਤਿਹਾਸ ਆ ਬਹੁਤ ਮਾਨਮੱਤਾ ਵਾ ਸਿੱਖ ਕੌਮ ਦਾ, ਪਰ ਇਹਦੇ 'ਤੇ ਜਿਹੜੇ ਫੈਸਲੇ ਲੈਣ ਵਾਲੇ ਨੇ ਉਹ ਇੱਕ ਪਰਿਵਾਰ ਦੇ, ਜੇ ਕਹਿ ਦਈਏ ਜੀ ਇੱਕ ਪਰਿਵਾਰ ਵੱਲੋਂ ਲਿਆਂਦੇ ਹੋਏ ਜਥੇਦਾਰ ਨੇ। ਇਸੇ ਕਰਕੇ ਹੀ ਉਹ ਫੈਸਲੇ ਲੈਂਦੇ ਵੀ ਨੇ, ਪਰ ਉਹਨਾਂ ਨੂੰ ਜਿਹੜੇ ਜਥੇਦਾਰ ਵੱਲੋਂ ਲਏ ਫੈਸਲੇ ਆ ਉਹਨਾਂ ਨੂੰ, ਜਿਸ ਤਰ੍ਹਾਂ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਖੁਦ ਕਹਿਤਾ ਕਿ ਮੈਂ ਉਹਨੂੰ ਮੰਨਦਾ ਨਹੀਂ, ਕਿਉਂਕਿ ਰਣਜੀਤ ਸਿੰਘ ਢੰਡਰੀਆਂ ਵਾਲਾ ਜਿਹੜੇ ਆਪਦੇ ਉਹਦੇ ਮੁੱਦੇ ਨੇ ਜੀ ਕਿੱਥੋਂ ਤੱਕ ਚੰਗੇ ਠੀਕ ਨੇ ਤੁਹਾਨੂੰ ਲੱਗਦੇ ਜੀ? ਨਹੀਂ ਦੇਖੋ, ਮੈਂ ਤਾਂ ਪਹਿਲਾਂ ਹੀ ਗੱਲ ਕੀਤੀ ਹੈ ਨਾ ਕਿ ਜਦੋਂ ਤੁਸੀਂ ਕਿਸੇ ਵਿਵਾਦਤ ਮੁੱਦੇ ਨੂੰ ਛੇੜੋਗੇ, ਆਪਾਂ ਕਹਿੰਦੇ ਹਾਂ ਨਾ ਵੀ ਅਸੀਂ ਗੰਦ 'ਚ ਪੱਥਰ ਮਾਰਾਂਗੇ ਤਾਂ ਛਿੱਟੇ ਪੈਣਗੇ। ਸੋ ਜਦੋਂ ਤੁਸੀਂ ਕਿਸੇ ਵਿਵਾਦਤ ਮੁੱਦੇ ਨੂੰ ਛੇੜੋਗੇ ਤਾਂ ਕੁਦਰਤੀ ਆ ਕੁਛ ਤੁਹਾਡੇ ਹੱਕ 'ਚ, ਕੁਛ ਤੁਹਾਡੇ ਵਿਰੋਧ 'ਚ। ਸੋ ਇਹਦੇ ਇਸ ਲਈ ਮੈਂ ਕਹਿ ਰਿਹਾ ਵੀ ਕਿ ਕੌਮ ਇਸ ਬਾਰੇ ਫੈਸਲਾ ਕਰੇ ਕਿ ਜਿਹੜੇ ਸਾਡੇ ਵਿਵਾਦ ਨੇ ਇਹਨਾਂ ਦਾ ਸਹੀ ਹੱਲ ਕੀ ਆ। ਜੇ ਸਾਡੇ ਕੋਲੋਂ ਹਾਲੇ ਸਹੀ ਹੱਲ ਨਹੀਂ ਨਿਕਲਦਾ ਤਾਂ ਅਸੀਂ ਵਿਵਾਦਤ ਮੁੱਦਿਆਂ ਨੂੰ ਠੰਡੇ ਬਸਤੇ 'ਚ ਪਾ ਦਈਏ। 20 ਸਾਲ ਕਿਸੇ ਨੇ ਇਹਨਾਂ ਬਾਰੇ ਗੱਲ ਨਹੀਂ ਕਰਨੀ। ਸਭ ਤੋਂ ਇੱਕ ਜਿਹੜਾ ਅਹਿਮ ਮੁੱਦਾ ਮੈਂ ਸਮਝਦਾ ਕਿ ਜਿਹੜੇ ਮਤਲਬ ਖਾਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਂ ਸਾਡੇ ਹੋਰ ਵੀ ਜਿਹੜੇ ਬੁੱਧੀਜੀਵੀ ਨੇ, ਉਹਨਾਂ ਨੂੰ ਇਸ ਗੱਲ ਦਾ ਫੈਸਲਾ ਦੇ ਦੇਣਾ ਚਾਹੀਦਾ ਕਿ ਕੋਈ ਵੀ ਸਿੱਖ ਪ੍ਰਚਾਰਕ ਆ ਜਿਹੜਾ, ਕੋਈ ਵੀ ਸਿੱਖ ਮੁੱਦੇ ਆ ਜਿਹੜੇ ਉਹਨਾਂ 'ਤੇ ਗੁਰਬਾਣੀ ਤੋਂ ਬਾਹਰ ਜਾ ਕੇ ਨਹੀਂ ਗੱਲ ਕਰ ਸਕੂਗਾ। ਜੇ ਅਸੀਂ ਸਿੱਖ ਪ੍ਰਚਾਰਕਾਂ 'ਤੇ ਇੰਨੀ ਬੰਦਿਸ਼ ਲਾ ਦਈਏ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਗੁਰਬਾਣੀ ਤੋਂ ਬਾਹਰ ਜਾਣਾ ਨਹੀਂ, ਅਤੇ ਮੈਨੂੰ ਲੱਗਦਾ ਕਿ ਇਹਦੇ ਵਿਵਾਦ ਤਾਂ ਉਸੇ ਦਿਨ ਹੀ ਖਤਮ ਹੋ ਜਾਣਗੇ। ਸੋ ਲੋੜ ਤਾਂ ਇਸ ਵੇਲੇ ਇਹ ਹੈ ਕਿ ਕੌਮ 'ਤੇ ਕੁੰਡਾ ਚਾਹੀਦਾ, ਪਰੰਤੂ ਜਦੋਂ ਤੱਕ ਕੌਮ 'ਤੇ ਕੁੰਡਾ ਹੀ ਨਹੀਂ ਉਦੋਂ ਤੱਕ ਮੈਂ ਜੋ ਮਰਜ਼ੀ ਕਹੀ ਜਾਵਾਂ, ਤੁਸੀਂ ਜੋ ਮਰਜ਼ੀ ਕਹੀ ਜਾਓ, ਕੋਈ ਪੁੱਛਣ ਦੱਸਣ ਵਾਲਾ ਹੀ ਨਹੀਂ। ਹੁਣ ਉਹਨੇ ਜਥੇਦਾਰ ਨੇ ਹੁਕਮ ਜਾਰੀ ਕਰਤਾ ਕਿ ਇਹਦੇ ਦੀਵਾਨ ਨੇ ਜਿਹੜੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਉਹਨੇ ਕਿਹਾ ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ। ਸੋ ਕਿਉਂਕਿ ਹੀਰਾ ਸਾਹਿਬ ਉਹਨੇ ਤਾਂ ਪਹਿਲਾਂ ਲਗਭਗ 4-5 ਮਹੀਨੇ ਪਹਿਲਾਂ ਜਦੋਂ ਦਮਦਮੀ ਟਕਸਾਲ ਵੱਲੋਂ ਉਹਨਾਂ ਦੇ ਦੀਵਾਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜਨਾਲਾ ਗਰੁੱਪ ਵੱਲੋਂ, ਉਹਨੇ ਉਦੋਂ ਹੀ ਕਹਿ ਦਿੱਤਾ ਸੀ ਮੈਂ ਦੀਵਾਨ ਲਾਉਣਾ ਹੀ ਨਹੀਂ ਜੀ। ਦੇਖੋ, ਢੱਡਰੀਆਂ ਵਾਲੇ ਦੀ ਜਿਹੜੀ ਗੱਲ ਆ ਇਹਦੇ ਬਾਰੇ ਦੋ ਗੱਲਾਂ ਨੇ ਕਿ ਧਰਮ ਆ ਜਿਹੜਾ ਉਹ ਸ਼ਰਧਾ ਤੋਂ ਬਿਨਾਂ ਨਹੀਂ ਚੱਲਦਾ। ਜੇ ਤੁਸੀਂ ਸ਼ਰਧਾ ਨੂੰ ਖਤਮ ਕਰ ਦੋਗੇ ਤਾਂ ਧਰਮ ਦੇ ਅਰਥ ਹੀ ਨਹੀਂ ਰਹਿ ਜਾਂਦੇ ਕੋਈ। ਅਤੇ ਦੂਜੀ ਗੱਲ ਇਹ ਆ ਕਿ ਸਿੱਖ ਧਰਮ ਆ ਜਿਹੜਾ ਉਹ ਅੰਨੀ ਸ਼ਰਧਾ ਨੂੰ ਪ੍ਰਵਾਨ ਨਹੀਂ ਕਰਦਾ। ਵੀ ਤੁਸੀਂ ਅੱਖਾਂ ਅੰਨੇ ਹੋ ਕੇ ਆ ਜਿਹੜੀ ਉਹ ਸ਼ਰਧਾ ਰੱਖੋ, ਉਹਨੂੰ ਵੀ ਸਿੱਖ ਧਰਮ ਪ੍ਰਵਾਨ ਨਹੀਂ ਕਰਦਾ। ਸੋ ਜਿਹੜਾ ਮਤਲਬ ਜਿਹੜਾ ਰੌਲਾ ਵਾ ਉਹ ਇਸ ਗੱਲ 'ਤੇ ਆ ਵੀ ਇੱਕ ਪਾਸੇ ਅੰਨੀ ਸ਼ਰਧਾ ਦੇ ਮੁੱਦੇ ਖੜੇ ਨੇ ਅਤੇ ਇੱਕ ਪਾਸੇ ਜਿਹੜੇ ਕਹਿੰਦੇ ਨੇ ਤਰਕ ਦੀ ਗੱਲ ਕਰੋ। ਸੋ ਇਹ ਦੋ ਗੱਲਾਂ ਨੇ ਜਿਹੜੀਆਂ, ਜਿਵੇਂ ਪਹਿਲਾਂ ਗੱਲ ਕੀਤੀ ਆ, ਦਰਿਆ ਦੇ ਦੋਨੇ ਪਾਸੇ ਵਾਲੀ ਗੱਲ ਆ। ਇੱਕ ਉੱਧਰਲੇ ਪਾਸੇ ਖੜਾ, ਇੱਕ ਉੱਧਰਲੇ ਪਾਸੇ ਖੜਾ। ਸੋ ਵਿਚਕਾਰ ਜਿਹੜੀ ਆਉਣ ਵਾਲੀ ਗੱਲ ਆ, ਜਿਹੜੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਈ ਗਈ ਆ, ਉਸ ਗੱਲ ਵਾਲੇ ਪਾਸੇ ਕੋਈ ਤੁਰਦਾ ਹੀ ਨਹੀਂ। ਇੱਕ ਮੁੱਦਾ ਉੱਠਿਆ ਜੀ ਪਿਛਲੇ ਦਿਨੀ, ਰਾਮ ਜਨਮ ਭੂਮੀ ਮੰਦਿਰ ਦੀ ਜਦੋਂ ਨੀਂਹ ਪੱਥਰ ਰੱਖਿਆ, ਉਦੋਂ ਪਟਨਾ ਸਾਹਿਬ ਦਾ ਜਿਹੜਾ ਸਾਬਕਾ ਜਥੇਦਾਰ ਇਕਬਾਲ ਸਿੰਘ, ਉਹਨੇ ਇੱਕ ਮੁੱਦਾ ਚੁੱਕਿਆ ਜਾਂ ਉਹਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੀ ਸਿੱਖ ਕੌਮ ਆ ਉਹ ਲਵ ਕੁਸ਼ ਦੀ ਔਲਾਦ ਆ ਜੀ। ਗੁਰੂ ਸਾਹਿਬ ਬਾਰੇ ਉਹਨਾਂ ਨੇ ਬੋਲਿਆ। ਉਸ ਬਾਰੇ ਦੇਖੋ ਜੀ, ਜਦੋਂ ਫੈਸਲਾ ਢੰਡਰੀਆਂ ਵਾਲੇ ਦੇ ਖਿਲਾਫ ਜਥੇਦਾਰ ਸਾਹਿਬ ਲੈ ਸਕਦੇ ਨੇ, ਫਿਰ ਕੀ ਆ ਜੀ ਇਕਬਾਲ ਸਿੰਘ ਨੂੰ ਰਾਤ ਦੇਣੀ ਕਿੱਥੋਂ ਤੱਕ ਜਾਇਜ਼ ਆ ਜੀ? ਦੇਖੋ, ਗੱਲ ਇਹ ਹੈ ਵੀ ਹੁਣ ਜਦੋਂ ਆਪਾਂ ਇਸ ਮਸਲੇ ਦੇ ਪਿੱਛੇ ਤੱਕ ਜਾਵਾਂਗੇ ਤਾਂ ਪਰਤਾਂ ਬਹੁਤ ਉਗੜਦੀਆਂ ਨੇ, ਕਿਉਂਕਿ ਇਹ ਲਵ ਕੁਸ਼ ਦੀ ਔਲਾਦ ਬਾਰੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਵੀ ਆਪਣੀ ਕਿਤਾਬ 'ਚ ਲਿਖਿਆ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਜਦੋਂ ਗਿਆਨੀ ਪੂਰਨ ਸਿੰਘ, ਉਹਨੇ ਵੀ ਇਹ ਗੱਲ ਕਹੀ, ਅਤੇ ਅੱਜ ਉਹੀ ਗੱਲ ਆ ਜਿਹੜੀ ਉਹ ਗਿਆਨੀ ਇਕਬਾਲ ਸਿੰਘ ਨੇ ਦੁਹਰਾਤੀ। ਸੋ ਜੇ ਇਹੋ ਜਿਹੇ ਮੁੱਦੇ ਆ ਜਿਹੜੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੇ ਨੇ, ਜੇ ਇਹਨਾਂ ਮੁੱਦਿਆਂ ਨੂੰ ਅਸੀਂ ਸ਼ੁਰੂ ਦੇ ਵਿੱਚ ਦਬਾਇਆ ਹੁੰਦਾ ਕਿ ਸਿੱਖ ਦਾ ਕੋਈ ਮਤਲਬ ਹੀ ਨਹੀਂ ਹੈ। ਸੋ ਐਡੀ ਇਹ ਤਾਂ ਪੁਰਾਤਨ ਗੱਲ ਆ, ਪਤਾ ਨਹੀਂ ਇਤਿਹਾਸ ਆ, ਪਤਾ ਨਹੀਂ ਮਿਥਿਹਾਸ ਆ, ਕਿਹੜੇ ਯੁੱਗਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ, ਕੌਣ ਜਾਣਦਾ ਲਵ ਕੁਸ਼ ਆ। ਅਤੇ ਉਸ ਤੋਂ ਬਾਅਦ ਉਹਦੇ ਕੌਣ ਹੋਏ ਆ, ਮਤਲਬ ਜਾਂ ਤਾਂ ਸਾਨੂੰ ਇਹ ਪੂਰੀ ਬੰਸ਼ਾਵਲੀ ਦੇ ਦੇਣ ਵੀ ਲਵ ਕੁਸ਼ ਦੀ ਆਹ ਬੰਸ਼ਾਵਲੀ ਆ, ਉਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੱਕ ਆ ਜਾਂਦੀ ਆ।
ਫਿਰ ਤਾਂ ਅਸੀਂ ਪ੍ਰਵਾਨ ਕਰ ਲਈਏ। ਸੋ ਇੱਕ ਸਿਰਫ ਗੱਲ ਨੂੰ ਕਹਿ ਦੇਣਾ ਸਿਰਫ ਇਸ ਲਈ ਬੜੀ ਸਾਜ਼ਿਸ਼ ਅਧੀਨ ਕਿ ਸਿੱਖਾਂ ਨੂੰ ਆ ਜਿਹੜਾ ਉਹ ਹਿੰਦੂ ਧਰਮ ਦਾ ਹਿੱਸਾ ਦੱਸਣਾ। ਸੋ ਇਹਦੇ ਲਈ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਸਾਰਾ ਕੁਛ ਆ ਜਿਹੜਾ ਇਹ ਵੱਡੀ ਘੋਖ ਦੀ ਮੰਗ ਕਰਦਾ ਵਾ, ਵੱਡੀ ਸਿਆਣਪ ਦੀ ਮੰਗ ਕਰਦਾ ਵਾ। ਇਸੇ ਕਾਰਨ ਕਿਉਂਕਿ ਅਸੀਂ ਇਹ ਜੇ ਹੁਣ ਅੱਜ ਕਹੀਏ ਵੀ ਗਿਆਨੀ ਇਕਬਾਲ ਸਿੰਘ ਨੇ ਕਿਹਾ, ਉਸ ਤੋਂ ਪਹਿਲਾਂ ਵੀ ਕਿਹਾ, ਗੱਲ ਆ ਜਿਹੜੀ ਉਹ ਪਿੱਛੇ ਤੱਕ ਤੁਰੂਗੀ। ਸੋ ਇਸ ਕਰਕੇ ਜਥੇਦਾਰ ਨੇ ਜਿਹੜੇ ਉਹਨਾਂ ਨੇ ਬਜਾਏ ਇਸ ਗੱਲ ਦੇ, ਕਿਉਂਕਿ ਉਹ ਪਿੱਛੇ ਤੱਕ ਜਾ ਨਹੀਂ ਸਕਦੇ, ਸੋ ਜਦੋਂ ਉਹ ਪਿੱਛੇ ਤੱਕ ਜਾ ਨਹੀਂ ਸਕਦੇ ਉਹਨਾਂ ਨੇ ਗਿਆਨੀ ਇਕਬਾਲ ਸਿੰਘ ਵਾਲੀ ਗੱਲ ਨੂੰ ਵੀ ਦਬਾ ਲਿਆ। ਸੋ ਕੱਲ੍ਹ ਨੂੰ ਆਉਣ ਵਾਲਾ ਇਤਿਹਾਸ ਆ ਜਿਹੜਾ ਉਹ ਫਿਰ ਇਸ ਗੱਲ ਦਾ ਜ਼ਿਕਰ ਕਰੂਗਾ ਕਿ ਦੇਖੋ ਜੀ ਇਹ ਤਾਂ ਗੱਲ ਗਿਆਨੀ ਇਕਬਾਲ ਸਿੰਘ ਨੇ ਵੀ ਕਹੀ ਹੈ, ਇਹਨੂੰ ਤੁਸੀਂ ਕਿਵੇਂ ਝੁਠਲਾ ਸਕਦੇ ਹੋ ਜਦੋਂ ਉਸ ਵੇਲੇ ਇਹਦਾ ਖੰਡਨ ਨਹੀਂ ਕੀਤਾ ਗਿਆ। ਸੋ ਇਹ ਸਾਰੀਆਂ ਜਿਹੜੀਆਂ ਸਾਡੇ ਇਤਿਹਾਸ ਨਾਲ ਜੁੜੀਆਂ ਗੱਲਾਂ ਨੇ, ਜਿਹੜੀਆਂ ਸਾਡੀਆਂ ਪਰੰਪਰਾਵਾਂ ਮਰਿਆਦਾ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਸੋ ਜਦੋਂ ਉਹਨਾਂ ਦੇ ਵਿੱਚ ਕੋਈ ਵਿਵਾਦ ਪੈਦਾ ਹੁੰਦਾ ਉਹਦਾ ਹੱਲ ਉਸੇ ਸਮੇਂ ਜ਼ਰੂਰੀ ਆ। ਪਰੰਤੂ ਸਾਡੀ ਕੌਮ ਦੇ ਵਿੱਚ ਉਹ ਹੱਲ ਹੋ ਨਹੀਂ ਰਿਹਾ, ਕਿਉਂਕਿ ਸਾਡੀ ਕੌਮ ਦੇ ਵਿੱਚ ਨਿਰਪੱਖ ਆਗੂ ਆ ਜਿਹੜਾ, ਜਿਹਨੂੰ ਪੂਰੀ ਕੌਮ ਆਗੂ ਮੰਨਦੀ ਹੋਵੇ, ਅਜੇ ਤੱਕ ਉਹ ਆਗੂ ਆ ਜਿਹੜਾ ਉਹ ਦਿਖਾਈ ਨਹੀਂ ਦਿੱਤਾ। ਖੀਰਾ ਸਾਹਿਬ, ਇਹ ਗੱਲ ਬਿਲਕੁਲ ਤੁਹਾਡੀ 16 ਨੇ ਸੱਚ ਹੈ ਵੀ ਸਾਡੀ ਕੌਮ ਨੂੰ ਕੋਈ ਹਾਲੇ ਤੱਕ ਨਿਰਪੱਖ ਆਗੂ ਸਾਡੀ ਕੌਮ ਸਿੱਖ ਕੌਮ ਕੋਲ ਹੈ ਨਹੀਂ ਜੀ। ਪਰ ਜੇਕਰ ਇਹੀ ਹਾਲਾਤ ਰਹੇ ਤਾਂ ਸਿੱਖ ਕੌਮ ਕਿੱਧਰ ਨੂੰ ਜਾਊਗੀ ਜੀ? ਆਉਣ ਵਾਲਾ ਜਿਹੜਾ ਟਾਈਮ ਆ, ਜਿਸ ਤਰ੍ਹਾਂ ਕਿ ਸਾਡੇ ਗੁਰਬਾਣੀ ਦੇ ਜਿਹੜੇ ਗੁਟਕੇ ਨੇ ਜਾਂ ਕੋਈ ਸਾਖੀਆਂ ਨੇ ਉਹਨਾਂ ਦੇ ਵਿੱਚ ਵੀ ਰਲਗੰਢ ਹੁੰਦੀ ਆ ਜੀ। ਬਹੁਤ ਮਾਮਲੇ ਇੱਦਾਂ ਦੇ ਸਾਹਮਣੇ ਆਉਂਦੇ ਨੇ ਪਿਛਲੇ ਦਿਨਾਂ ਤੋਂ, ਜਿਸ ਤਰ੍ਹਾਂ ਇੱਕ ਮਾਲਵੇ ਦੇ ਕਿਸੇ ਗੁਰਦੁਆਰਾ, ਸ਼ਾਇਦ ਕੋਟਕਪੂਰਾ ਦੇ ਆਸ-ਪਾਸ ਗੁਰਦੁਆਰਾ ਜੀ ਤਖਤੂਪੁਰਾ, ਸ਼ਾਇਦ ਉੱਥੋਂ ਇੱਕ ਮਾਮਲਾ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਸੁਖਮਨੀ ਸਾਹਿਬ ਤਾਂ ਹੁਣ ਤੱਕ ਸੁਣਿਆ ਸੀ, ਉੱਥੇ ਇੱਕ ਗੁਟਕੇ ਆਏ ਨੇ, ਉਹਨਾਂ ਦੇ ਸੁਖਮਨਾ ਸਾਹਿਬ ਲਿਖਿਆ ਹੋਇਆ ਜੀ। ਉਸ ਬਾਰੇ ਕੀ ਆ ਜੀ? ਉਹ ਅਜਿਹੇ ਜਿਹੜੇ ਗੁਟਕੇ ਨੇ ਇਹ ਕਿੱਥੋਂ ਛਪ ਕੇ ਆਉਂਦੇ ਨੇ ਔਰ ਇਹਨਾਂ ਨੂੰ ਪਾਸ ਦੇਖਦਾ ਕੌਣ ਆ ਜੀ? ਦੇਖੋ, ਇਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਇੱਕ ਪੂਰਾ RSS ਨੇ ਰਾਸ਼ਟਰੀ ਸਿੱਖ ਸੰਗਤ ਦੇ ਰੂਪ 'ਚ ਇੱਕ ਆਪਣਾ ਵਿੰਗ ਬਣਾਤਾ, ਜਿਹਦੇ 'ਚ ਸਿੱਖੀ ਸਰੂਪ ਵਾਲੇ ਸਿੱਖ ਤਾਂ ਨਹੀਂ, ਸਿੱਖੀ ਸਰੂਪ ਵਾਲੇ ਸਿੱਖ ਭਰਤੀ ਕੀਤੇ ਆ ਉਹਨਾਂ ਨੇ, ਜਿਨ੍ਹਾਂ ਨੂੰ ਜਾਲੀ ਸਿੱਖ ਵੀ ਕਹਿ ਸਕਦੇ ਆ ਜੀ। ਜਾਲੀ ਸਿੱਖ ਵੀ ਨਾਂ ਦਿੱਤਾ ਜਾ ਸਕਦਾ, ਕਹਿ ਲਓ, ਬਨੋਟੀ ਕਹਿ ਲਓ, ਖੌਤੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਮਤਲਬ ਭੇਖਾਧਾਰੀ ਵੀ ਅਸੀਂ ਕਹਿ ਸਕਦੇ ਹਾਂ ਕਿ ਭੇਖਾਧਾਰੀ ਸਿੱਖ। ਅਤੇ ਉਹਨਾਂ ਨੇ ਮਤਲਬ ਸਾਰੇ ਧਰਮਾਂ ਦੀ ਮਤਲਬ ਇੰਨੀ ਡੂੰਘੀ ਜਾਣਕਾਰੀ ਦਿੱਤੀ ਆ ਕਿ ਉਹ ਹਰ ਗੱਲ ਨੂੰ ਸਮਝਦੇ ਨੇ। ਸੋ ਇਸ ਗੱਲ ਬਾਰੇ ਜਦੋਂ ਅੰਗਰੇਜ਼ਾਂ ਨੇ ਸਾਡੇ ਇਸ ਪੰਜਾਬ 'ਤੇ ਰਾਜ ਕੀਤਾ, ਪੰਜਾਬ ਦੇ ਉਹਨਾਂ ਦੇ ਗੁਲਾਮ ਹੋ ਗਿਆ, ਅਤੇ ਉਹਨਾਂ ਨੇ ਸਾਡੀ ਕੌਮ ਦਾ ਜਿਹੜਾ ਚਰਿੱਤਰ ਸੀ ਇਹਦੇ ਬਾਰੇ ਉਹਨਾਂ ਨੇ ਘੋਖ ਕਰਾਈ ਕਿ ਸਿੱਖ ਆਖਰ ਨੂੰ ਇਹਨਾਂ ਕੋਲ ਸ਼ਕਤੀ ਕੀ ਆ। ਸੋ ਉਹਨਾਂ ਨੇ ਵੀ ਇਹ ਗੱਲ 'ਤੇ ਸਿੱਟੇ 'ਤੇ ਪਹੁੰਚੇ ਕਿ ਜੇ ਤੁਸੀਂ ਸਿੱਖਾਂ ਨੂੰ ਖ਼ਤਮ ਕਰਨਾ ਤਾਂ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲੋਂ ਨਾਤਾ ਤੋੜ ਦਿਓ। ਅਤੇ ਇਹ ਜਿਹੜੇ ਹਿੰਦੂਤਵੀ ਤਾਕਤਾਂ ਨੇ, ਜਿਵੇਂ ਮੈਂ RSS ਦੀ ਗੱਲ ਕੀਤੀ ਹੈ, ਹਿੰਦੂਤਵੀ ਤਾਕਤਾਂ ਵੀ ਇਸੇ ਚਿੱਟੇ 'ਤੇ ਪੁੱਜੀਆਂ ਨੇ ਕਿ ਜੇ ਸਿੱਖਾਂ ਨੂੰ ਖ਼ਤਮ ਕਰਨਾ ਤਾਂ ਇਹਨਾਂ ਦਾ ਗੁਰੂ ਸਾਹਿਬ ਨਾਲੋਂ ਰਿਸ਼ਤਾ ਖ਼ਤਮ ਕਰ ਦਿਓ। ਜੇ ਹੁਣ ਗੁਰੂ ਸਾਹਿਬ ਦੀ ਲਗਾਤਾਰ ਬੇਅਦਬੀ ਹੋਈ ਆ, ਅਤੇ ਉਹਦੇ ਪਿੱਛੇ ਕੀ ਕਾਰਨ ਸੀ ਕਿ ਗੁਰੂ ਸਾਹਿਬ ਨੂੰ ਕੌਮ ਸਰਬ ਸਮਰੱਥ ਬਣਦੀ ਆ, ਉਹ ਇਹਨਾਂ ਦੀ ਭਾਵਨਾ ਖ਼ਤਮ ਕਰ ਦਿਓ ਵੀ ਸਰਬ ਸਮਰੱਥ ਵਾਲੀ ਕੋਈ ਗੱਲ ਹੀ ਨਹੀਂ ਹੈ। ਜਿਹਦਾ ਜੀ ਕਰਦਾ ਉਹ ਪਾੜ ਜਾਂਦਾ ਵਾ, ਜਿਹਦਾ ਜੀ ਕਰਦਾ ਉਹ ਅੱਗ ਲਾ ਜਾਂਦਾ ਵਾ, ਜਿਹਦਾ ਜੀ ਕਰਦਾ ਉਹ ਬੇਅਦਬੀ ਕਰ ਜਾਂਦਾ। ਸੋ ਇਹ ਜਿਹੜਾ ਇਹ ਭਾਵਨਾ ਪੈਦਾ ਹੋਈ ਆ, ਜਿਹੜਾ ਇਹ ਸੱਚ ਆ ਸਾਹਮਣੇ ਆਇਆ ਕਿ ਜਦੋਂ ਤੱਕ ਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਦਾ ਰਿਸ਼ਤਾ ਬਣਿਆ ਹੋਇਆ, ਸ਼ਰਧਾ ਦਾ ਰਿਸ਼ਤਾ ਬਣਿਆ ਹੋਇਆ, ਉਦੋਂ ਤੱਕ ਪੰਥ ਨੂੰ ਕੋਈ ਤਾਕਤ ਖ਼ਤਮ ਨਹੀਂ ਕਰ ਸਕਦੀ। ਸੋ ਉਹ ਰਿਸ਼ਤੇ ਨੂੰ ਖ਼ਤਮ ਕਰਨ ਦੇ ਲਈ ਇਹ ਵਿਉਂਤਾਂ ਘੜੀਆਂ ਜਾ ਰਹੀਆਂ, ਸਾਜ਼ਿਸ਼ਾਂ ਘੜੀਆਂ ਜਾ ਰਹੀਆਂ, ਮਿਲਾਵਟ ਆ ਜਿਹੜੀ ਉਹ ਪੈਦਾ ਕੀਤੀ ਜਾ ਰਹੀ ਆ, ਇਹ ਉਹਦਾ ਹੀ ਇੱਕ ਹਿੱਸਾ। ਖੀਰਾ ਸਾਹਿਬ, ਜਦੋਂ ਇਹ ਸਭ ਕੁਝ ਹੁੰਦਾ ਤਾਂ ਸਾਡੀ ਜਿਹੜੀ SGPC ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਇਤਿਹਾਸ ਦਾ ਜਾਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਆ, ਉਹ ਕਿੱਥੇ ਗਈ ਹੋਈ ਆ ਜੀ? ਉਹ ਇਹਨਾਂ 'ਤੇ ਕਿਉਂ ਨਹੀਂ ਕਾਰਵਾਈ ਕਰਦੀ ਜੀ? ਹੁਣ ਇਹ ਗੱਲ ਆ ਜਿਹੜੀ ਉਹਦੇ ਬਾਰੇ ਕਰ ਚੁੱਕੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਨੇ ਉਹਨਾਂ ਨਾਲ ਕੀ ਹੋ ਰਿਹਾ ਸਾਨੂੰ ਨਹੀਂ ਪਤਾ, ਜਾਂਚ ਸਾਹਮਣੇ ਨਹੀਂ ਆਈ, ਸਾਡੇ ਗੱਲ ਕੋਈ ਗਈ ਆ। ਸੋ ਜੇ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਪਾਵਨ ਸਰੂਪਾਂ ਦੀ ਰੱਖਿਆ ਨਹੀਂ ਕਰ ਸਕਦੀ, ਉਹ ਕੌਮ ਦੀ ਰਾਖੀ ਕੀ ਕਰੂਗੀ? ਸੋ ਸਾਡੇ ਸਾਹਮਣੇ ਹੀ ਆ ਇਹ ਗੱਲ ਕਿ ਉਹ ਕਿੰਨਾ ਹੱਥਾਂ ਦੇ ਵਿੱਚ ਖੇਡਦੀ ਆ। ਉਹਦੇ 'ਤੇ ਤਾਂ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ RSS ਦਾ ਗਲਬਾ। ਲੋਕ ਇਹ ਕਹੀ ਜਾਂਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਚ 80% RSS ਦੇ ਨੇ, ਪਰੰਤੂ ਸੱਚ ਆ ਕਿ ਝੂਠ ਆ, ਇਹਦੀ ਵੀ ਜਾਂਚ ਹੋਣੀ ਚਾਹੀਦੀ ਆ। ਸੋ ਇਹ ਸਾਰਾ ਕੁਝ ਕਿਉਂਕਿ ਪਰਿਵਾਰ ਆ ਜਿਹੜਾ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਆ, ਬਾਦਲ ਪਰਿਵਾਰ, ਉਹ RSS ਦਾ ਗੁਲਾਮ ਆ, ਭਾਜਪਾ ਦਾ ਗੁਲਾਮ ਆ। ਸੋ ਉਹਨੇ ਜੋ ਕੁਛ RSS ਨੇ ਚਾਹਣਾ ਉਹ ਕੁਝ ਕਰਨਾ ਵਾ, ਉਹਨੂੰ ਲਾਗੂ ਕਰਨਾ ਵਾ। ਸੋ ਇਸੇ ਕਰਕੇ ਜਿਹੜਾ RSS ਸਾਡੇ
ਜਿਹੜੇ ਇਤਿਹਾਸ ਆ, ਗੁਰਬਾਣੀ ਆ, ਗੁਰੂ ਸਾਹਿਬਾਨ ਦੇ ਜੀਵਨ ਆ, ਉਹਨਾਂ 'ਚ ਜਿਹੜੀ ਮਿਲਾਵਟ ਕਰ ਰਹੀ ਆ ਉਹਦੇ ਬਾਰੇ ਕੋਈ ਵੀ ਬੋਲ ਨਹੀਂ ਰਿਹਾ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਹਿੰਦੀ 'ਚ ਸਿੱਖ ਇਤਿਹਾਸ ਕਿਤਾਬ ਸੀ ਉਹਦੇ 'ਚ ਗੁਰੂ ਸਾਹਿਬ ਨੂੰ ਲੁਟੇਰੇ ਤੱਕ ਲਿਖਿਆ ਗਿਆ ਸੀ। ਇਸ ਤੋਂ ਬਾਅਦ ਹੋਰ ਕੀ ਹੋ ਸਕਦਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਿਹੜੀ ਲਗਭਗ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਸੀ। ਅਕਾਲੀ ਦਲ ਦੀ ਸਰਕਾਰ ਵੀ ਲੰਘ ਗਈ, ਉਸ ਤੋਂ ਬਾਅਦ ਕਾਂਗਰਸੀ ਸਰਕਾਰ ਵੀ ਲਗਭਗ ਕੁਝ ਸਮਾਂ ਬਾਕੀ ਹੈ ਜੀ, ਪਰ ਹਾਲੇ ਤੱਕ ਜਿਹੜਾ ਵਾ ਜੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਔਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਜੀ ਉਹਦਾ ਮੁੱਦਾ ਜਿਉਂ ਦਾ ਤਿਉਂ ਹੀ ਆ ਜੀ, ਜਿਹੜੀ ਮਰਜ਼ੀ ਸਰਕਾਰ ਆਉਂਦੀ ਆ। ਉਸ ਬਾਰੇ ਤੁਹਾਡਾ ਕੀ ਕਹਿਣਾ ਚਾਹੀਦਾ? ਦੇਖੋ ਹੁਣ ਜੇ ਆਪਾਂ ਇਹਨੂੰ ਵਰਤਮਾਨ ਜਿਹੜਾ ਆਪਾਂ ਹੁਣ ਇਹ ਮੁੱਦਾ ਕਰਕੇ ਹਟੇ ਆ, ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ, ਸ਼੍ਰੋਮਣੀ ਕਮੇਟੀ ਨੂੰ ਸਰਪ੍ਰਸਤੀ ਹੈ ਬਾਦਲਾਂ ਦੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਿਹੜੀ ਪੁਰਜ ਜਵਾਹਰ ਸਿੰਘ ਬਾਰਾ ਤੋਂ ਚੋਰੀ ਹੋਈ, ਬਰਗਾੜੀ 'ਚ ਉਹਨਾਂ ਦੇ ਅੰਗਾਂ ਦਾ ਕਤਲੇਆਮ ਕੀਤਾ ਗਿਆ, ਬੇਅਦਬੀ ਕੀਤੀ ਗਈ। ਸੋ ਉਹ ਸੌਦਾ ਸਾਧ ਨੇ ਕੀਤੀ, ਸੌਦਾ ਸਾਧ ਨੂੰ ਸਰਪ੍ਰਸਤੀ ਸੀ ਬਾਦਲਾਂ ਦੀ। ਸੋ ਆਖਰ ਜਿਹੜੀ ਸੂਈ ਆ ਉਹ ਆ ਕੇ ਬਾਦਲਾਂ 'ਤੇ ਖੜ੍ਹਦੀ ਆ ਦੋਨੇ ਪਾਸੇ। ਉੱਥੇ ਵੀ ਸਰਪ੍ਰਸਤੀ ਬਾਦਲਾਂ ਦੀ ਆ, ਇੱਥੇ ਵੀ ਸਰਪ੍ਰਸਤੀ ਬਾਦਲਾਂ ਦੀ ਆ। ਸੋ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ, ਚਾਹੇ ਕਿਸੇ ਵੀ ਰੂਪ 'ਚ ਹੁੰਦੀ ਆ, ਤਾਂ ਉਹਦੇ ਪਿੱਛੇ ਸਰਪ੍ਰਸਤੀ ਬਾਦਲਾਂ ਦੀ ਆ। ਸੋ ਜਦੋਂ ਤੱਕ ਕੌਮ ਇਸ ਗੱਲ ਨੂੰ ਨਹੀਂ ਸਮਝਦੀ ਕਿ ਆਖਰ ਨੂੰ ਬਾਦਲਾਂ ਨੂੰ ਸਰਪ੍ਰਸਤੀ ਕਿਹਦੀ, RSS ਦੀ, ਮੁੱਦਾ ਤਾਂ ਇੱਥੇ ਆ ਗਿਆ ਨਾ ਕਿ ਇਹ ਜਿਹੜਾ ਸਾਰਾ ਕੁਛ ਆ ਇਹ ਏਜੰਡਾ ਕਿਹਦਾ, RSS ਦਾ, ਜਿਹਨੂੰ ਲਾਗੂ ਕਰਵਾ ਰਹੇ ਨੇ ਬਾਦਲ। ਸੋ ਇਸ ਗੱਲ 'ਤੇ ਜਦੋਂ ਆ ਕੇ ਕੌਮ ਖੜ੍ਹ ਜੂਗੀ, ਕੌਮ ਇਸ ਗੱਲ ਨੂੰ ਪੂਰਨ ਰੂਪ 'ਚ ਪ੍ਰਵਾਨ ਕਰ ਲੂ, ਇੱਧਰ ਉੱਧਰ ਅਸੀਂ ਆ ਜਿਹੜਾ ਉਹ ਝਾਕਣਾ ਛੱਡ ਦਾਂਗੇ, ਉਦੋਂ ਅਸੀਂ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਤੀਜੇ ਵੱਲ ਤੁਰਨਾ ਸ਼ੁਰੂ ਕਰ ਲਾਂਗੇ। ਸੋ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਮੋਦੀ ਦੀ ਕਿੰਨੀ ਕੁ ਨੇੜਤਾ ਵਾ ਇਹ ਵੀ ਜਗ ਜ਼ਾਹਰ ਆ। ਕੈਪਟਨ ਅਮਰਿੰਦਰ ਸਿੰਘ ਦਾ ਬਾਦਲਾਂ ਨਾਲ ਕੀ ਸਮਝੌਤਾ ਹੋਇਆ ਇਹ ਵੀ ਜਗ ਜ਼ਾਹਰ ਆ। ਸੋ ਜਿਸ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਪਾਵਨ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਬੇਅਦਬੀ ਮੁੱਦੇ 'ਤੇ ਰਾਜ ਭਾਗ ਸੰਭਾਲਿਆ ਸੀ, ਅੱਜ 4 ਸਾਲ ਲੰਘ ਗਏ। 4 ਹਫ਼ਤਿਆਂ ਦੀ ਉਹਨੇ ਗੱਲ ਕੀਤੀ ਸੀ, ਅੱਜ 4 ਸਾਲ ਲੰਘ ਗਏ। ਆਖਰ ਨੂੰ ਗੱਲ ਜਿਹੜੀ ਬਿਲਕੁਲ ਚਿੱਟੇ ਦਿਨ ਵਾਂਗੂ ਸਾਫ਼ ਆ, ਅੱਜ ਤੱਕ ਲੱਭੀ ਕਿਉਂ ਨਹੀਂ? ਕਦੇ ਸਿੱਟ ਦਾ ਮਸਲਾ ਆ ਜਾਂਦਾ, ਕਦੇ CBI ਦਾ ਮਸਲਾ ਆ ਜਾਂਦਾ ਵਾ, ਕਦੇ ਉਹਦੀ ਜ਼ਮਾਨਤ ਦਾ ਮਸਲਾ ਆ ਜਾਂਦਾ। ਹੁਣ ਤੁਸੀਂ ਦੇਖੋ ਕਿ ਸਮੇਧ ਸੈਣੀ ਆ, ਜਿਹੜਾ ਬੜਾ ਸਾਫ਼ ਅਤੇ ਕਲੀਅਰ ਜੀ ਗੱਲ ਆ ਕਿ ਉਹਦੇ 'ਤੇ 302 ਦੀ ਧਾਰਾ ਜਿਹੜੀ ਉਹ ਦਰਜ ਹੋ ਗਈ ਆ। ਜਿਹੜੇ ਮੌਕੇ ਦੇ ਗਵਾਹ ਸੀ ਉਹਨਾਂ ਨੇ ਬਿਆਨ ਦਿੱਤੇ ਕਿ ਸਾਡੇ ਸਾਹਮਣੇ ਉਹ ਬੰਦੇ ਨੂੰ ਇੰਨੇ ਟੌਰਚਰ ਕਰਕੇ ਮਰਵਾਇਆ ਸੀ, ਅਤੇ ਉਸ ਦੇ ਬਾਵਜੂਦ ਅਦਾਲਤਾਂ ਨੇ ਜਿਹੜੀਆਂ ਉਹਨੂੰ ਸਮਾਂ ਦੇਈ ਜਾ ਰਹੀਆਂ। ਅੱਜ ਜ਼ਮਾਨਤ ਦਾ ਫੈਸਲਾ ਦੇਵਾਂਗੇ, ਕੱਲ੍ਹ ਦੇਵਾਂਗੇ, ਪਰਸੋਂ ਦੇਵਾਂਗੇ, ਕਿ ਕਿਹੜੀ ਉਹਦੇ 'ਚ ABC ਪੜ੍ਹਨੀ ਆ। ਮੇਰੀ ਤਾਂ ਸਮਝ ਤੋਂ ਬਾਹਰ ਆ ਕਿ ਜਿਹੜੀਆਂ ਅਦਾਲਤਾਂ ਸਿਰਫ ਇਸ ਗੱਲ ਦਾ ਫੈਸਲਾ ਨਹੀਂ ਕਰ ਰਹੀਆਂ ਕਿ ਇਹਨੂੰ ਜ਼ਮਾਨਤ ਦੇਣੀ ਬਣਦੀ ਆ ਕਿ ਨਹੀਂ ਦੇਣੀ ਬਣਦੀ। ਹੁਣ ਤੱਕ ਤੁਸੀਂ 302 'ਚ ਕਰਦੇ ਕੀ ਆਏ ਹੋ? ਸਮੇਧ ਸੈਣੀ ਕਿੱਥੋਂ ਡਿੱਗਿਆ? ਉੱਤੋਂ ਡਿੱਗਿਆ ਹੋਇਆ, ਉਹਦਾ ਕੋਈ ਮਤਲਬ ਵੱਖਰਾ ਕੇਸ ਆ। ਜਦੋਂ ਮੌਕੇ ਦੇ ਚਸ਼ਮਦੀਦ ਗਵਾਹਾਂ ਨੇ ਬਿਆਨ ਦੇਤੇ, ਧਾਰਾ 302 ਲੱਗ ਗਈ ਅਤੇ ਉਹਦੀ ਜ਼ਮਾਨਤ ਦਾ ਮਸਲਾ ਫੇਰ ਲਟਕ ਰਿਹਾ ਵਾ। ਸੋ ਇਸੇ ਹੀ ਤਰ੍ਹਾਂ ਜਿਹੜਾ ਇਹ ਬੇਅਦਬੀ ਕਾਂਡ ਦਾ ਮੁੱਦਾ ਵਾ, ਇਹ ਮੁੱਦੇ ਨੂੰ ਜੇ ਸਾਹਮਣੇ ਲਿਆਉਂਦੇ ਹੋ ਤਾਂ ਸਰਪ੍ਰਸਤ ਫੜਨੇ ਪੈਣਗੇ। ਜੇ ਸਰਪ੍ਰਸਤ ਫੜਨੇ ਪੈਣਗੇ ਤਾਂ ਗੱਲ ਆ ਜਿਹੜੀ ਉਹ ਨਾਗਪੁਰ ਤੱਕ ਵੀ ਜਾਣੀ ਆ, ਜਿਹੜੀ ਅੱਜ ਕਿਸੇ ਦੇ 'ਚ ਹਿੰਮਤ ਨਹੀਂ ਹੈ, ਉੱਥੇ ਤੱਕ ਜਾਣ ਦੀ ਕਿਸੇ 'ਚ ਹਿੰਮਤ ਨਹੀਂ ਹੈ। ਸੋ ਇਸ ਕਰਕੇ ਇਹ ਜਿਹੜਾ ਮੁੱਦਾ ਵਾ, ਜਿਹੜਾ ਇਹ ਮੈਂ ਜਿਵੇਂ ਸਮਝਦਾ ਕਿ ਪਵਿੱਤਰ ਪਾਵਨ ਸਰੂਪ ਆ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ, ਉਹਦਾ ਜਿਹੜਾ ਮੁੱਖ ਮੁੱਦਾ ਵਾ ਉਹ ਤਾਂ ਪਾਸੇ ਕਰਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਸਰੂਪ ਗਏ ਕਿੱਥੇ। ਉਸੇ ਤਰ੍ਹਾਂ ਇੱਥੇ ਵੀ ਆ ਜਿਹੜਾ ਉਹ ਮੁੱਖ ਮੁੱਦਾ ਜਿਹੜਾ ਕਿ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਗਈ ਸੀ, ਉਹ ਸਰੂਪ ਕਿੱਥੇ ਆ? ਉਹ ਜਿਹੜੀ ਸਿੱਟ ਸੀ ਕਟੜੇ ਵਾਲੀ, ਉਹਨੇ ਜਾ ਕੇ ਗੰਦੇ ਨਾਲੇ 'ਤੇ ਖੜ੍ਹ ਗਈ ਕਿ ਆ ਗੰਦੇ ਨਾਲੇ ਸੁੱਟਤਾ ਸੀ ਜੀ, ਉਹਨਾਂ ਨੇ ਮੁੱਦਾ ਹੀ ਮੁਕਾਤਾ। ਸੋ ਇਸ ਤਰ੍ਹਾਂ ਜਿਹੜਾ ਮੁੱਖ ਮੁੱਦਾ ਉਹ ਮੁਕਾਇਆ ਜਾ ਰਿਹਾ, ਅਤੇ ਫਿਰ ਜਿਹੜੀ ਸਿੱਟ ਆ ਜਾਂ CBI ਆ ਉਹਦੀ ਜਾਂਚ ਕੀ ਆਉਣੀ ਆ ਅਤੇ ਦੋਸ਼ੀ ਕਿੱਥੋਂ ਸਾਡੇ ਸਾਹਮਣੇ ਆਉਣੇ ਆ। ਸੋ ਲੈ ਦੇ ਕੇ, ਕਿਉਂਕਿ ਪੰਛੀ ਇਕੱਲਾ ਵਾ, ਸ਼ਿਕਾਰੀ ਬਹੁਤ ਨੇ। ਕੌਮ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਦੀ ਗਿਣਤੀ ਨਹੀਂ, ਉਹਨਾਂ ਦੀ ਤਾਕਤ ਦੀ ਦਾ ਅੰਦਾਜ਼ਾ ਨਹੀਂ ਅਸੀਂ ਲਾ ਸਕਦੇ, ਉਹਨਾਂ ਦੇ ਕੋਲ ਸਾਧਨ ਆ, ਉਹਨਾਂ ਨੂੰ ਅਸੀਂ ਗਿਣ ਨਹੀਂ ਸਕਦੇ। ਇਸ ਕਰਕੇ ਜਦੋਂ ਤੱਕ ਕੌਮ ਆ ਜਿਹੜੀ ਉਹਦੇ 'ਚ ਵੰਡੀਆਂ ਨੇ, ਮੇਰਾ ਮੂੰਹ ਕਿੱਧਰ ਆ, ਉਹਦਾ ਮੂੰਹ ਕਿੱਧਰ ਆ, ਉਹਦਾ ਮੂੰਹ ਕਿੱਧਰ ਆ। ਸੋ ਜਦੋਂ ਤੱਕ ਕੌਮ ਇੱਕਾ ਨਹੀਂ ਕਰਦੀ, ਕੌਮ ਇਕਜੁੱਟ ਨਹੀਂ ਹੁੰਦੀ, ਕੌਮ ਆ ਜਿਹੜੀ ਉਹ ਦੁਸ਼ਮਣ ਨੂੰ, ਜਿਹੜੀ ਉਹਦੀ ਸੰਘੀ ਆ ਉਹ ਨਹੀਂ ਨੱਪਦੀ ਕਿ ਸਾਡਾ ਦੁਸ਼ਮਣ ਆ ਵਾ। ਸੋ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਬੇਅਦਬੀ ਕਾਂਡ ਆ ਇਹਦੀ ਜਾਂਚ ਸਿਰੇ ਚੜੂਗੀ, ਇਹਦੇ ਜਿਹੜੇ ਦੋਸ਼ੀ ਆ ਉਹ ਸਾਹਮਣੇ ਨਾਮਜ਼ਦ ਕੀਤੇ ਜਾਣਗੇ। ਹੀਰਾ ਸਾਹਿਬ, ਬਿਲਕੁਲ ਗੱਲ ਤੁਹਾਡੀ ਸੱਚੀ ਹੈ ਜੀ ਕਿ ਜਿੰਨੀ ਦੇਰ ਸਿੱਖ ਕੌਮ ਇੱਕ ਪਲੇਟਫਾਰਮ ਦੇ
ਇੱਕ ਝੰਡੇ ਦੇ ਥੱਲੇ ਇਕੱਠੀ ਨਹੀਂ ਹੁੰਦੀ, ਉਨੀ ਦੇਰ ਸਿੱਖ ਕੌਮ ਨਾਲ ਵਧੀਕੀਆਂ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ। ਔਰ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਜਾਂ ਹੋਰ ਮਾਮਲੇ ਆ, ਉਹ ਸਿੱਖ ਕੌਮ ਨੂੰ ਹਮੇਸ਼ਾ ਹੀ ਮੂੰਹ ਅੱਡ ਕੇ ਚੜਾਉਂਦੇ ਰਹਿਣਗੇ। ਜਿਹੜਾ ਹੁਣ ਤੁਸੀਂ ਗੱਲ ਕੀਤੀ ਹੈ, ਮੇਰੇ ਮਨ ਦੇ ਵਿੱਚ ਧਿਆਨ ਆਇਆ ਕੌਮ ਦੀ ਗੱਲ 'ਤੇ। ਜਿਹੜੀ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਉਹ ਮੋਦੀ ਦੀ ਸਰਕਾਰ ਆ ਅਤੇ ਚਾਹੇ ਉਹ ਕੈਪਟਨ ਦੀ ਸਰਕਾਰ ਆ, ਉਹਨਾਂ ਨੇ 2020 ਰੈਫਰੈਂਡਮ ਦਾ ਬਹਾਨਾ ਲੈ ਕੇ ਸਿੰਘਾਂ ਨੂੰ ਅਰਦਾਸ ਕਰਦਿਆਂ ਨੂੰ ਜੇਲ੍ਹਾਂ 'ਚ ਚੱਕ ਕੇ ਡੱਕਤਾ। ਕੇਸਰੀ ਨਿਸ਼ਾਨ ਸਾਹਿਬ, ਖਾਲਿਸਤਾਨ ਦਾ ਝੰਡਾ ਨਹੀਂ, ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲਿਆਂ ਨੂੰ ਚੱਕ ਕੇ ਜੇਲ੍ਹਾਂ 'ਚ ਡੱਕਤਾ। ਕੌਮ ਕਿੱਥੇ ਆ? ਕਿਸੇ ਨੇ ਹਾਂ ਦਾ ਨਾਅਰਾ ਮਾਰਿਆ ਕਿ ਸਾਡੇ ਨੌਜਵਾਨਾਂ ਦੇ ਨਾਲ ਕੀ ਹੋ ਰਿਹਾ? ਬਹਾਨਾ ਤੁਸੀਂ ਕੋਈ ਵੀ ਬਣਾ ਲਿਆ। ਜਿਹੜੇ ਸਾਡੀ ਅਰਦਾਸ ਆ ਉਹ ਤਾਂ ਸਰਬੱਤ ਦੇ ਭਲੇ ਨਾਲ ਖਤਮ ਹੁੰਦੀ ਆ। ਅਰਦਾਸ ਦੇ ਵਿੱਚ ਅੱਜ ਤੱਕ ਕਿਸੇ ਸਿੱਖ ਨੇ ਕਿਸੇ ਦਾ ਬੁਰਾ ਮੰਗਿਆ? ਸੋ ਜੇ ਸਾਡੇ ਅਰਦਾਸ ਕਰਦੇ ਸਿੰਘਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਊਗਾ ਅਤੇ ਕੌਮ ਚੁੱਪ ਬੈਠੀ ਰਹੂਗੀ, ਅਤੇ ਫਿਰ ਆਖਰ ਨੂੰ ਅਸੀਂ ਉਮੀਦ ਕਿਹਦੇ ਤੋਂ ਰੱਖਦੇ ਹਾਂ? ਉਮੀਦ ਤਾਂ ਆਪਣਿਆਂ ਤੋਂ ਹੀ ਹੁੰਦੀ ਹੈ ਨਾ। ਜੇ ਆਪਣੇ ਹਾਂ ਦਾ ਨਾਅਰਾ ਮਾਰਨਗੇ ਤਾਂ ਜਿਹੜੀ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਡਰ ਖੌਫ ਪੈਦਾ ਹੋਊਗਾ ਕਿ ਕੌਮ ਇਹਨਾਂ ਦੇ ਪਿੱਛੇ ਖੜੀ ਆ, ਇਹਨਾਂ ਦੇ ਨਾਲ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ, ਇਹਨਾਂ ਦੇ ਨਾਲ ਧੱਕਾ ਨਹੀਂ ਕੀਤਾ ਜਾ ਸਕਦਾ, ਇਹਨਾਂ ਦੇ ਨਾਲ ਬੇਇਨਸਾਫੀ ਨਹੀਂ ਕੀਤੀ ਜਾ ਸਕਦੀ। ਜਦੋਂ ਤੱਕ ਸਮੇਂ ਦੀਆਂ ਸਰਕਾਰਾਂ ਦੇ ਮਨ 'ਚ ਇਹ ਗੱਲ ਨਹੀਂ ਭਰੀ ਜਾਂਦੀ, ਉਦੋਂ ਤੱਕ ਸਾਰਾ ਕੁਛ ਇਸੇ ਤਰ੍ਹਾਂ ਹੁੰਦਾ ਰਹੂਗਾ। ਸੋ ਇਹ ਸਨ ਸਰਦਾਰ ਜਸਪਾਲ ਸਿੰਘ ਜੀ ਹੇਰਾਂ, ਜੋ ਕਿ ਹਮੇਸ਼ਾ ਹੀ ਕੋਈ ਵੀ ਮੁੱਦਾ ਹੋਵੇ ਉਹ ਬੇਬਾਕ ਜਵਾਬ ਦਿੰਦੇ ਨੇ, ਔਰ ਉਹਨਾਂ ਦੀ ਲਿਖਣੀਆਂ ਜਿਹਨੂੰ ਕੌਮ ਸਲੂਟ ਕਰਦੀ ਆ। ਸੋ ਮੈਨੂੰ ਕੁਲਵਿੰਦਰ ਚੰਦੀ ਨੂੰ ਇੱਥੇ ਹੀ ਦਿਓ ਇਜਾਜ਼ਤ। ਤੁਸੀਂ ਬਣੇ ਰਹੋ PTN 24 ਚੈਨਲ ਦੇ ਨਾਲ।